ਹੈਲੋ एवरीवन ਮੋਸਟ ਵੈਲਕਮ ਟੂ ਅਵਰ ਚੈਨਲ ਰਾਈਟ ਔਨ। ਤਾਂ ਬਿਲਕੁਲ ਕੰਟੀਨਿਊ ਕਰਦੇ ਹਾਂ ਆਪਾਂ ਪੀਐਸ ਟੈਟ ਦੀ ਜੋ ਆਪਾਂ ਤਿਆਰੀ ਕਰ ਰਹੇ ਸੀ। ਪੀਐਸ ਟੈਟ ਦੇ ਵਿੱਚ ਆਪਾਂ ਕਾਫੀ ਕੁਝ ਸਟੱਡੀ ਕਰ ਚੁੱਕੇ ਸੀ ਪੰਜਾਬੀ ਦੇ ਟੌਪਿਕ ਦੇ ਵਿੱਚ, ਪੰਜਾਬੀ ਸਬਜੈਕਟ ਦੇ ਵਿੱਚ ਲੈਂਗੁਏਜ 1 ਜੋ ਹੈ ਆਪਣੀ, ਠੀਕ ਹੈ ਜੀ। ਔਰ ਇਸ ਤੋਂ ਇਲਾਵਾ ਜੋ ਬਾਕੀ ਸਬਜੈਕਟਸ ਨੇ ਉਹ ਵੀ ਆਪਣੇ ਸਟਾਰਟ ਹੋ ਚੁੱਕੇ ਨੇ, ਤੁਸੀਂ ਪਲੇਲਿਸਟ ਚੈੱਕ ਕਰ ਸਕਦੇ ਹੋ। ਤਾਂ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ ਪੀਐਸ ਟੈਟ ਦੀ ਜਾਂ ਸੀ ਟੈਟ ਦੀ ਤਾਂ ਬਹੁਤ ਜ਼ਿਆਦਾ ਹੈਲਪਫੁਲ ਹੋਊਗਾ ਪੂਰਾ ਦਾ ਪੂਰਾ ਚੈਨਲ ਤੁਹਾਡੇ ਲਈ, ਕਿਉਂਕਿ ਇੱਥੇ ਕਿਤੇ ਨਾ ਕਿਤੇ ਤੁਹਾਨੂੰ ਨੋਟਸ ਵੀ ਪ੍ਰੋਵਾਈਡ ਕਰਵਾਏ ਜਾ ਰਹੇ ਨੇ ਔਰ ਇੱਕ ਕੰਪਲੀਟ ਸਿਲੇਬਸ ਜੋ ਹੈ ਉਹ ਪੂਰਾ ਆਪਾਂ ਡਿਸਕਸ ਕਰ ਰਹੇ ਹਾਂ, ਠੀਕ ਹੈ। ਤਾਂ ਬਿਲਕੁਲ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੈ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਨੋਟਸ ਦੀ, ਤਾਂ ਜੇਕਰ ਤੁਸੀਂ ਨੋਟਸ ਲੈਣਾ ਚਾਹੁੰਦੇ ਹੋ ਉਹਦੇ ਲਈ ਤੁਹਾਨੂੰ ਟੈਲੀਗ੍ਰਾਮ ਚੈਨਲ ਜੋ ਹੈ ਸਬਸਕ੍ਰਾਈਬ ਕਰਨਾ ਪਏਗਾ। ਤੁਸੀਂ ਉੱਥੇ ਜਾ ਕੇ ਚੈੱਕ ਕਰ ਸਕਦੇ ਹੋ ਕਿ ਟੈਲੀਗ੍ਰਾਮ ਚੈਨਲ ਦੇ ਉੱਪਰ ਤੁਹਾਨੂੰ ਨੋਟਸ ਨੇ ਜਿੰਨੇ ਵੀ ਟੌਪਿਕ ਆਪਾਂ ਹੁਣ ਤੱਕ ਕਰ ਚੁੱਕੇ ਹਾਂ, ਮਤਲਬ ਫੋਰ ਐਗਜ਼ਾਮਪਲ ਜਿਵੇਂ ਅੱਜ ਦਾ ਟੌਪਿਕ ਜੋ ਹੈ ਆਪਣਾ ਸਾਹਿਤ ਪੰਜਾਬੀ ਦਾ, ਉਹ ਅੱਜ ਕੰਪਲੀਟ ਹੋ ਜਾਣਾ ਹੈ ਔਰ ਅੱਜ ਤੁਹਾਨੂੰ ਸਾਹਿਤ ਜੋ PDF ਹੈ ਉਹ ਵੀ ਤੁਹਾਨੂੰ ਟੈਲੀਗ੍ਰਾਮ ਚੈਨਲ ਦੇ ਵਿੱਚ ਸੈਂਡ ਕਰ ਦਿੱਤੀ ਜਾਊਗੀ, ਠੀਕ ਹੈ। ਤਾਂ ਉੱਥੇ ਜਾ ਕੇ ਤੁਸੀਂ ਆਪਣੇ ਜੋ ਨੋਟਸ ਨੇ ਉਹ ਲੈ ਸਕਦੇ ਹੋ। ਇੱਕ ਲਿਮਿਟਡ ਦੇ ਟਾਈਮ ਦੇ ਲਈ ਤੁਹਾਨੂੰ ਨੋਟਸ ਨੇ ਜੋ ਪ੍ਰੋਵਾਈਡ ਕੀਤੇ ਜਾ ਰਹੇ ਨੇ, ਠੀਕ ਹੈ ਜੀ। ਕਿਉਂਕਿ ਇੱਦਾਂ ਹੁੰਦਾ ਕਿ ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਨੇ ਜੋ ਸੋਚਦੇ ਨੇ ਕਿ ਹਾਂਜੀ ਚਲੋ ਪਏ ਨੇ ਫਿਰ ਪੜ੍ਹ ਲਾਂਗੇ, ਤਾਂ ਉਸ ਅਕੋਰਡਿੰਗ ਬੱਚੇ ਸਟੱਡੀ ਹੀ ਨਹੀਂ ਕਰਦੇ, ਠੀਕ ਹੈ। ਅਤੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਲਿਮਿਟਡ ਟਾਈਮ ਦੇ ਲਈ ਤੁਹਾਨੂੰ ਨੋਟਸ ਨੇ ਉੱਥੇ ਪ੍ਰੋਵਾਈਡ ਕਰਵਾਏ ਜਾ ਰਹੇ ਨੇ, ਤੁਸੀਂ ਆਪਣੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਿਲਕੁਲ ਕੰਟੀਨਿਊ ਕਰਦੇ ਹਾਂ। ਅੱਜ ਜੋ ਆਪਣਾ ਟੌਪਿਕ ਹੈ ਉਹ ਹੈ ਪੰਜਾਬੀ ਦਾ ਸਾਹਿਤ, ਠੀਕ ਹੈ ਜੀ। ਸਾਹਿਤ ਦੇ ਵਿੱਚ ਆਪਾਂ ਬਹੁਤ ਕੁਝ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਐਟਲੀਸਟ ਮੇਰੇ ਅਕੋਰਡਿੰਗ ਸਾਰਾ ਦਾ ਸਾਰਾ ਟੌਪਿਕ ਕੰਪਲੀਟ ਹੋ ਚੁੱਕਿਆ। ਬਿਲਕੁਲ ਥੋੜ੍ਹਾ ਜਿਹਾ ਰਹਿ ਗਿਆ ਸੀ, ਥੋੜ੍ਹੇ ਜਿਹੇ ਪੁਆਇੰਟਸ ਰਹਿ ਗਏ ਸੀ ਵਾਰਤਕ ਦੇ, ਗਦ ਦੇ, ਉਸ ਨੂੰ ਅੱਜ ਆਪਾਂ ਕੰਪਲੀਟ ਕਰਾਂਗੇ, ਜਿਹਦੇ ਨਾਲ ਅੱਜ ਦਾ ਟੌਪਿਕ ਜੋ ਹੈ ਪੂਰਾ ਡਿਟੇਲ ਦੇ ਵਿੱਚ ਕੰਪਲੀਟ ਹੋ ਜਾਣਾ। ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ, ਦੇਖੋ ਇੱਕ ਗਰੁੱਪ ਵੀ ਬਣਾਇਆ ਗਿਆ ਸੀ ਪੀਐਸ ਟੈਟ ਦੇ ਲਈ। ਉਹ ਸਪੈਸ਼ਲੀ ਇਸ ਲਈ ਬਣਾਇਆ ਗਿਆ ਸੀ ਕਿ ਜੋ ਨੋਟਸ ਨੇ ਜਾਂ ਹੋਰ ਨੇ ਉਹ ਤਾਂ ਆਪਾਂ ਚੈਨਲ ਦੇ ਵਿੱਚ ਸੈਂਡ ਕਰ ਦਿੰਦੇ ਹਾਂ, ਬਟ ਬਹੁਤ ਸਾਰੇ ਇੱਦਾਂ ਹੁੰਦਾ ਕਿ ਤੁਹਾਡੇ ਡਾਊਟਸ ਨੇ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ, ਕਿਸੇ ਵੀ ਤਰੀਕੇ ਦਾ ਕੋਈ ਵੀ ਕਨਫਿਊਜ਼ਨ ਹੈ, ਤਾਂ ਉਹ ਤੁਸੀਂ ਉਸ ਗਰੁੱਪ ਦੇ ਵਿੱਚ ਡਿਸਕਸ ਕਰ ਸਕਦੇ ਹੋ, ਠੀਕ ਹੈ। ਤਾਂ ਉਹਦੇ ਵੀ ਜੋ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ, ਹਲੇ ਨਿਊ ਬਣਾਇਆ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਸ ਤੋਂ ਇਲਾਵਾ ਚਲੋ ਕੰਟੀਨਿਊ ਕਰਦੇ ਹਾਂ ਸਾਹਿਤ ਟੌਪਿਕ ਨੂੰ, ਠੀਕ ਹੈ। ਅੱਜ ਇਸ ਨੂੰ ਅੱਜ ਆਪਾਂ ਕੰਪਲੀਟ ਕਰ ਦੇਵਾਂਗੇ ਔਰ ਨੈਕਸਟ ਜੋ ਹੋਏਗਾ ਆਪਣਾ ਰਚਨਾ ਸਿੱਖਿਆ ਟੌਪਿਕ, ਉਸ ਨੂੰ ਆਪਾਂ ਸਟਾਰਟ ਕਰਾਂਗੇ। ਕੀ ਆ ਉਹਦੇ ਵਿੱਚ ਉਹਨੂੰ ਵੀ ਡਿਟੇਲ ਦੇ ਵਿੱਚ ਦੇਖਾਂਗੇ, ਸਮਝਾਂਗੇ, ਠੀਕ ਹੈ। ਤਾਂ ਪੰਜਾਬੀ ਦਾ ਮੋਸਟਲੀ ਆਪਾਂ ਕਹਿ ਸਕਦੇ ਅੱਧਾ ਜੋ ਸਿਲੇਬਸ ਆਪਣਾ ਕੰਪਲੀਟ ਹੋ ਚੁੱਕਿਆ। ਪਲੇਲਿਸਟ ਵੀ ਤੁਹਾਨੂੰ ਮਿਲ ਜਾਣੀ ਹੈ, ਸਾਰੇ ਸਬਜੈਕਟਸ ਦੀ ਮਿਲ ਜਾਣੀ ਹੈ, ਤੁਸੀਂ ਚੈਨਲ 'ਤੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਔਰ ਅਗਰ ਪਹਿਲੀ ਵਾਰ ਆਏ ਹੋ ਚੈਨਲ ਦੇ ਉੱਪਰ ਤਾਂ ਸਬਸਕ੍ਰਾਈਬ ਜ਼ਰੂਰ ਕਰੋ, ਹੈਲਪਫੁਲ ਹੋਏਗਾ ਤੁਹਾਡੇ ਲਈ। ਔਰ ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰੋ, ਉਹਨਾਂ ਸਾਰਿਆਂ ਲਈ ਬਹੁਤ ਜ਼ਿਆਦਾ ਹੈਲਪਫੁਲ ਹੈ ਜੋ ਤਿਆਰੀ ਕਰਨਾ ਚਾਹੁੰਦੇ ਨੇ ਔਰ ਕਰੈਕ ਕਰਨਾ ਚਾਹੁੰਦੇ ਨੇ ਆਪਣੇ ਟੈਟ ਐਗਜ਼ਾਮਸ ਨੂੰ, ਠੀਕ ਹੈ। ਤਾਂ ਚਲੋ ਦੇਖਦੇ ਹਾਂ। ਕਾਫੀ ਕੁਛ ਆਪਾਂ ਵੈਸੇ ਡਿਸਕਸ ਕਰ ਚੁੱਕੇ ਹਾਂ, ਬਟ ਸਟਿਲ ਇੱਕ ਅੱਜ ਆਪਾਂ ਦੇਖ ਲੈਂਦੇ ਹਾਂ। ਦੇਖੋ ਇੱਥੇ ਤੱਕ ਤਾਂ ਆਪਾਂ ਡਿਸਕਸ ਕੀਤਾ ਸੀ, ਠੀਕ ਹੈ। ਇਸ ਪੁਆਇੰਟ ਦੇ ਵਿੱਚ ਆਪਾਂ ਕਾਫੀ ਕੁਛ ਦੇਖਿਆ ਸੀ ਕਿ ਕਿਹੜੇ ਪੁਆਇੰਟ ਦੀ ਆਪਾਂ ਲਾਸਟ ਬਿਲਕੁਲ ਜੋ ਆਪਾਂ ਗੱਲ ਕਰ ਰਹੇ ਸੀ ਗਦ ਦੀ, ਠੀਕ ਹੈ। ਤਾਂ ਗਦ ਦੇ ਵਿੱਚ ਆਪਾਂ ਕੀ ਡਿਸਕਸ ਕੀਤਾ ਸੀ, ਕਿਹੜੀਆਂ ਚੀਜ਼ਾਂ ਆਪਾਂ ਇੱਥੇ ਡਿਸਕਸ ਕਰ ਰਹੇ ਸੀ। ਤਾਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਵਾਰਤਕ ਦਾ ਪਹਿਲਾਂ ਤਾਂ ਆਪਾਂ ਇਹੀ ਦੇਖਿਆ ਕਿ ਵਾਰਤਕ ਦੇ ਉਦੇਸ਼ ਕਿਹੜੇ ਨੇ, ਸਧਾਰਨ ਉਦੇਸ਼ ਕਿਹੜੇ ਹੁੰਦੇ ਨੇ, ਵਿਸ਼ੇਸ਼ ਉਦੇਸ਼ ਕਿਹੜੇ ਹੁੰਦੇ ਨੇ, ਠੀਕ ਹੈ। ਉਹ ਸਾਰਾ ਕੁਛ ਆਪਾਂ ਪ੍ਰੀਵੀਅਸ ਵੀਡੀਓ 'ਚ ਡਿਸਕਸ ਕੀਤਾ। ਇਸ ਤੋਂ ਬਾਅਦ ਆਪਾਂ ਡਿਸਕਸ ਕੀਤਾ ਸੀ ਕਿ ਇਸ ਨੂੰ ਸਿੱਖਿਆ ਦੇ ਚਰਨ ਜਾਂ ਪੜਾਅ ਕਿਨੇ, ਕਿ ਕਿਸ ਤਰੀਕੇ ਨਾਲ ਆਪਾਂ ਵਾਰਤਕ ਜਾਂ ਗਦ ਆਪਾਂ ਨੂੰ ਪੜ੍ਹਾਉਣਾ ਚਾਹੀਦਾ ਹੈ ਜਾਂ ਉਸਦੇ ਸਟੈਪ ਬਾਏ ਸਟੈਪ ਆਪਾਂ ਕਿਸ ਤਰੀਕੇ ਨਾਲ ਉਸ ਨੂੰ ਫੋਲੋ ਕਰਦੇ ਹਾਂ, ਠੀਕ ਹੈ। ਤਾਂ ਉਹਦੇ ਵਿੱਚ ਆਪਾਂ ਨਾ ਪਹਿਲਾਂ ਸੀਗਾ ਪੜ੍ਹਨਾ, ਪੂਰਵ ਗਿਆਨ ਪ੍ਰੀਖਿਆ, ਜਿਹਦੇ ਵਿੱਚ ਆਪਾਂ ਪਹਿਲਾਂ ਬੱਚਿਆਂ ਨਾਲ ਕੁਐਸਚਨ ਆਨਸਰਿੰਗ ਕਰਦੇ ਹਾਂ, ਠੀਕ ਹੈ। ਫਿਰ ਆਪਾਂ ਪੜ੍ਹਿਆ ਸੀ ਇਸ ਤਰੀਕੇ ਨਾਲ ਆਪਾਂ ਐਟਲੀਸਟ 5 ਪੁਆਇੰਟਸ ਜੋ ਨੇ ਉਹ ਡਿਸਕਸ ਕਰ ਚੁੱਕੇ ਸੀ, ਠੀਕ ਹੈ। ਇਸ ਤੋਂ ਬਾਅਦ ਆਪਾਂ ਕਰਿਆ ਸੀ ਪ੍ਰਸਤਾਵਨਾ ਜਾਂ ਜਾਣ ਪਛਾਣ, ਕੋਈ ਵੀ ਟੌਪਿਕ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਜਾਣ ਪਛਾਣ ਕਰਵਾਉਣਾ, ਉਦੇਸ਼ ਕਥਨ ਪੜ੍ਹਿਆ ਸੀ। 4th ਪੁਆਇੰਟ ਆਪਣਾ ਪੇਸ਼ਕਾਰੀ, ਠੀਕ ਹੈ। ਔਰ 5th ਪੁਆਇੰਟ ਜਿਹਦੇ ਤੁਹਾਡੇ ਸਾਹਮਣੇ ਉਦੇਸ਼ ਲਿਖੇ ਹੋਏ ਨੇ ਜੋ ਕਿ ਆਪਾਂ ਪ੍ਰੀਵੀਅਸ ਵੀਡੀਓ 'ਚ ਡਿਸਕਸ ਕਰ ਲਏ ਸੀ, ਉਹਦੇ ਆਦਰਸ਼ ਵਾਚਨ, ਠੀਕ ਹੈ। ਕਿ ਕਿਸ ਤਰੀਕੇ ਨਾਲ ਸਹੀ ਤਰੀਕੇ ਨਾਲ ਪੜ੍ਹਨਾ ਕਿੱਦਾਂ ਚਾਹੀਦਾ, ਠੀਕ ਹੈ। ਉਸਦੇ ਉਦੇਸ਼ ਇਹ ਆਪਾਂ ਇੱਥੇ ਤੱਕ ਕਵਰ ਕਰ ਲਿਆ ਸੀ। ਇਸ ਤੋਂ ਬਾਅਦ ਦੇਖੋ ਆਦਰਸ਼ ਵਾਚਨ ਦੇ ਵਿੱਚ ਹੀ ਕੁਝ ਧਿਆਨ ਰੱਖਣ ਜੋ ਗੱਲਾਂ ਨੇ, ਠੀਕ ਹੈ। ਮੈਨੂੰ ਲੱਗਿਆ ਇਸ ਪੁਆਇੰਟ ਦੇ ਵਿੱਚ ਐਡ ਕਰ ਦੇਣੀਆਂ ਚਾਹੀਦੀਆਂ ਨੇ, ਸੋ ਮੈਨੇ ਲਿਖ ਦਿੱਤੀਆਂ, ਠੀਕ ਹੈ। ਅਦਰਵਾਈਜ਼ ਆਪਾਂ ਨੈਕਸਟ ਪੁਆਇੰਟ ਸਟਾਰਟ ਕਰਨ ਲੱਗੇ ਸੀ। ਤਾਂ ਬਿਲਕੁਲ ਕੁਛ ਧਿਆਨ ਰੱਖਣ ਜੋ ਗੱਲਾਂ ਨੇ ਜੋ ਆਪਾਂ ਨੂੰ ਪਤਾ ਹੋਣਾ ਚਾਹੀਦੀਆਂ ਨੇ ਆਦਰਸ਼ ਵਾਚਨ ਦੇ ਵਿੱਚ। ਇਹਦੇ ਵਿੱਚ ਕੀ ਹੈ, ਭਾਵ ਅਨੁਸਾਰ ਚਿਹਰੇ ਦੇ ਉੱਪਰ ਭਾਵ ਨੂੰ ਪੇਸ਼ ਕਰਨਾ। ਮਤਲਬ ਜਦੋਂ ਆਪਾਂ ਵਾਚਨ ਕਰ ਰਹੇ ਹਾਂ, ਜਿਸ ਤਰੀਕੇ ਦਾ ਕੋਈ ਵੀ ਹੁਣ ਵਾਰਤਕ ਤਾਂ ਆਪਾਂ ਨੂੰ ਸਭ ਨੂੰ ਪਤਾ ਹੈ ਨਾ, ਅਗਰ ਤੁਸੀਂ ਪ੍ਰੀਵੀਅਸ ਵੀਡੀਓਜ਼ ਦੇਖਿਆ ਨੇ ਤਾਂ ਤੁਹਾਨੂੰ ਕਲੀਅਰ ਹੋਏਗਾ ਕਿ ਵਾਰਤਕ ਜਾਂ ਗਦ ਕੀ ਹੁੰਦਾ, ਠੀਕ ਹੈ। ਹੁਣ ਜਦੋਂ ਆਪਾਂ ਔਰ ਆਦਰਸ਼ ਵਾਚਨ ਕੀ ਹੁੰਦਾ, ਵਾਚਨ ਮੀਨਸ ਟੂ ਸੇ ਪੜ੍ਹਨਾ। ਹੁਣ ਜਦੋਂ ਆਪਾਂ ਕੋਈ ਪੈਰਾ ਜਾਂ ਕੋਈ ਅਗਰ ਗੱਲ ਕਰੀਏ ਕੋਈ ਵੀ ਨਿਬੰਧ ਜਾਂ ਕੁਛ ਵੀ ਇਸ ਤਰੀਕੇ ਦਾ ਆਪਾਂ ਪੜ੍ਹ ਰਹੇ ਹਾਂ, ਠੀਕ ਹੈ ਜੀ, ਤਾਂ ਉਹਦੇ ਜੋ ਉਸ ਵਿੱਚ ਲਿਖਿਆ ਹੈ ਉਹਨਾਂ ਦੇ ਭਾਵ ਅਨੁਸਾਰ ਆਪਣੀ ਜੋ ਐਕਸਪ੍ਰੈਸ਼ਨਸ ਨੇ, ਫੇਸ ਦੇ ਭਾਵ ਨੇ, ਉਹ ਵੀ ਉਸੇ ਤਰੀਕੇ ਨਾਲ ਪੇਸ਼ ਕੀਤੇ ਜਾਣੇ ਚਾਹੀਦੇ ਨੇ। ਇਹਦੇ ਨਾਲ ਬੱਚੇ ਕਿਤੇ ਨਾ ਕਿਤੇ ਸਮਝ ਆਉਂਦੇ ਨੇ ਕਿ ਹਾਂਜੀ ਇਸ ਦੇ ਵਿੱਚ ਖੁਸ਼ੀ ਦੀ ਗੱਲ ਹੋ ਰਹੀ ਹੈ, ਸਮਝਦਾਰੀ ਦੀ ਗੱਲ ਹੋ ਰਹੀ ਹੈ, ਆਲੋਚਨਾਤਮਕ ਹੋ ਰਿਹਾ, ਉਹ ਸਭ ਕੁਝ ਆਪਣੇ ਅਗਰ ਐਕਸਪ੍ਰੈਸ਼ਨਸ ਨਾਲ ਆਪਾਂ ਰਿਪਰਜੈਂਟ ਕਰ ਸਕਦੇ ਹਾਂ ਤਾਂ ਬਹੁਤ ਵਧੀਆ ਹੋਏਗਾ। ਇਸ ਤੋਂ ਬਾਅਦ ਅਗਰ ਗੱਲ ਕਰੀਏ ਜਮਾਤ ਵਿੱਚ ਅਧਿਆਪਕ ਖੜੇ ਹੋਣ ਅਤੇ ਪਾਠ ਪੁਸਤਕ ਫੜਨ ਦਾ ਧਿਆਨ ਰੱਖੇ। ਹੁਣ ਇਹਦੇ ਵਿੱਚ ਕੀ ਹੈ, ਅਧਿਆਪਕ ਦਾ ਜਮਾਤ ਦੇ ਵਿੱਚ ਪ੍ਰੈਜ਼ੈਂਟ ਹੋਣਾ, ਸਿੰਪਲ ਸ਼ਬਦਾਂ ਵਿੱਚ ਕਹੀਏ, ਠੀਕ ਹੈ।
ਤਾਂ ਉਹ ਬਹੁਤ ਜ਼ਰੂਰੀ ਹੈ। ਨਾਲ ਨਾਲ ਇੱਦਾਂ ਨਹੀਂ ਹੈ ਕਿ ਅਗਰ ਬੱਚੇ ਪੜ੍ਹ ਰਹੇ ਨੇ ਤੁਹਾਡੇ ਟੀਚਰ ਕੋਲ ਬੁੱਕ ਵੀ ਨਹੀਂ ਹੈ, ਉਹਦੇ ਕੋਲ ਇਕੁਅਲੀ ਬਰਾਬਰ ਬੁੱਕ ਹੋਣੀ ਚਾਹੀਦੀ ਹੈ, ਤਾਂ ਕਿ ਧਿਆਨ ਨਾਲ ਦੇਖ ਸਕੇ ਕਿ ਬੱਚਾ ਸਹੀ ਤਰੀਕੇ ਨਾਲ ਪੜ੍ਹ ਰਿਹਾ ਹੈ, ਜਿੱਥੇ ਕੋਮਾ ਬਿੰਦੀ ਹੈ ਉਸ ਤਰੀਕੇ ਨੂੰ ਧਿਆਨ 'ਚ ਰੱਖ ਰਿਹਾ ਹੈ ਜਾਂ ਨਹੀਂ। ਐਕਸਪ੍ਰੈਸ਼ਨਸ ਦੇ ਨਾਲ ਆਪਣੇ ਮਤਲਬ ਉਹੀ ਹੈ ਕਿ ਫੇਸ ਦੇ ਉੱਪਰ ਐਕਸਪ੍ਰੈਸ਼ਨਸ ਉਸ ਤਰੀਕੇ ਨਾਲ ਰਿਪਰੈਜ਼ੈਂਟ ਕਰ ਪਾ ਰਿਹਾ ਹੈ ਜਾਂ ਨਹੀਂ, ਜਾਂ ਫਿਰ ਅਗਰ ਵਾਚਨ ਦੇ ਵਿੱਚ ਕਿਤੇ ਵੀ ਕੋਈ ਗਲਤੀ ਜਾਂ ਬੋਲਣ ਦੇ ਵਿੱਚ ਕੋਈ ਗਲਤੀ ਆ ਜਾਂਦੀ ਤਾਂ ਉਸਨੂੰ ਨਾਲ ਦੀ ਨਾਲ ਉਸ ਵਿੱਚ ਸੁਧਾਰ ਕੀਤਾ ਜਾ ਸਕੇ। ਠੀਕ ਹੈ ਜੀ। ਇਸ ਤੋਂ ਬਾਅਦ ਅਗਰ ਗੱਲ ਕਰੀਏ ਸਮੇਂ ਅਤੇ ਹਾਲਾਤਾਂ ਅਨੁਸਾਰ ਸੀਮਿਤ ਮਾਤਰਾ ਵਿੱਚ ਸਰੀਰਕ ਅੰਗਾਂ ਦਾ ਕੀ ਕਰਨਾ, ਸੰਚਾਲਨ ਕਰਨਾ। ਬਿਲਕੁਲ ਉਹੀ ਆਪਣੇ ਹੱਥਾਂ ਪੈਰਾਂ ਨੂੰ ਐਕਟੀਵਿਟੀਜ਼ ਦੇ ਵਿੱਚ ਰੱਖਣਾ ਚਾਹੀਦਾ ਹੈ। ਠੀਕ ਹੈ, ਸਰੀਰਕ ਅੰਗਾਂ ਨੂੰ ਸੰਚਾਲਨ ਉਸਦਾ ਨਾਲ ਨਾਲ ਕਰਦੇ ਰਹਿਣਾ ਚਾਹੀਦਾ ਹੈ। ਉਹੀ ਚੀਜ਼ ਆ ਗਈ ਵਿਸ਼ਰਾਮ ਚਿੰਨ੍ਹ ਹੋ ਗਏ ਜਾਂ ਧੁਨੀਆਂ ਦਾ ਧਿਆਨ ਰੱਖਣਾ ਕਿ ਕਿੱਥੇ ਅਪ ਹੋਣਾ, ਕਿੱਥੇ ਡਾਊਨ ਹੋਣਾ, ਕਿੱਥੇ ਪਿੱਚ ਜ਼ਿਆਦਾ ਹੋਣੀ ਚਾਹੀਦੀ ਹੈ, ਕਿੱਥੇ ਘੱਟ ਹੋਣੀ ਚਾਹੀਦੀ ਹੈ। ਠੀਕ ਹੈ, ਇਹ ਸਾਰੀਆਂ ਗੱਲਾਂ ਦਾ ਉਹਦੇ ਵਿੱਚ ਆਦਰਸ਼ ਵਾਚਨ ਦਾ ਮਤਲਬ ਕੀ ਹੋ ਗਿਆ, ਬਿਲਕੁਲ ਸਹੀ ਤਰੀਕੇ ਨਾਲ ਲੇਹ ਦੇ ਵਿੱਚ ਪੜ੍ਹਨਾ। ਨੈਕਸਟ ਅਗਰ ਗੱਲ ਕਰੀਏ ਇਸ ਤੋਂ ਬਾਅਦ ਆਪਣਾ ਅਗਲਾ ਸਟੈਪ ਕੀ ਹੋਏਗਾ ਵਾਰਤਕ ਦੇ ਵਿੱਚ, ਅਨੁਕਰਨ ਵਾਚਨ। ਹੁਣ ਅਨੁਕਰਨ ਕੀ ਹੁੰਦਾ, ਦੇਖੋ ਅਨੁਕਰਨ ਦਾ ਮਤਲਬ ਹੋ ਗਿਆ ਨਕਲ ਔਰ ਵਾਚਨ ਦਾ ਮਤਲਬ ਹੋ ਗਿਆ ਪੜ੍ਹਨਾ, ਤਾਂ ਦੋਨਾਂ ਨੂੰ ਦੇਖੀਏ ਤਾਂ ਕੀ ਬਣਦਾ। ਆਦਰਸ਼ ਵਾਚਨ ਤੋਂ ਬਾਅਦ ਬੱਚਿਆਂ ਨੂੰ ਅਨੁਕਰਨ ਵਾਚਨ ਦਾ ਮੌਕਾ ਦਿੱਤਾ ਜਾਵੇ ਤਾਂ ਕਿ ਬੱਚੇ ਖੁਦ ਵੀ ਇੱਕ ਤਰੀਕੇ ਨਾਲ ਪੜ੍ਹ ਸਕਣ। ਹੁਣ ਫੋਰ ਐਗਜ਼ਾਮਪਲ ਤੁਸੀਂ ਪੜ੍ਹ ਰਹੇ ਹੋ, ਬੱਚੇ ਨੂੰ ਸਮਝ ਆ ਰਿਹਾ, ਤਾਂ ਉਸ ਤੋਂ ਬਾਅਦ ਬੱਚਿਆਂ ਨੂੰ ਵੀ ਮੌਕਾ ਦਿੱਤਾ ਜਾ ਸਕੇ ਕਿ ਉਹ ਤੁਹਾਡੀ ਕਾਪੀ ਕਰਕੇ ਤੁਹਾਨੂੰ ਅਨੁਕਰਨ ਕਰਨ, ਜਾਂ ਫਿਰ ਇੱਕ ਦੂਸਰੇ ਸ਼ਬਦਾਂ ਵਿੱਚ ਕਹੀ ਕਿ ਉਹਨਾਂ ਨੂੰ ਖੁਦ ਨੂੰ ਵੀ ਇੱਕ ਵਾਰੀ ਪੜ੍ਹਨ ਦਾ ਮੌਕਾ ਦੇਣਾ ਚਾਹੀਦਾ। ਠੀਕ ਹੈ ਜੀ। ਬੱਚਿਆਂ ਦੇ ਵਿੱਚ ਵਾਚਨ ਕਲਾ ਨਿਪੁੰਨ ਹੁੰਦੀ ਹੈ। ਠੀਕ ਹੈ, ਹੁਣ ਅਨੁਕਰਨ ਦਾ ਮਤਲਬ ਹੁੰਦਾ ਨਕਲ। ਹੁਣ ਜਿਵੇਂ ਤੁਸੀਂ ਇੱਕ ਲਾਈਨ ਬੋਲੀ, ਬੱਚੇ ਤੁਹਾਡੇ ਪਿੱਛੇ ਉਸ ਲਾਈਨ ਨੂੰ ਬੋਲ ਰਹੇ ਨੇ। ਪ੍ਰਾਇਮਰੀ ਦੇ ਵਿੱਚ ਆਪਾਂ ਮੋਸਟਲੀ ਦੇਖਦੇ ਹਾਂ ਕਿ ਇੱਕ ਲਾਈਨ ਬੋਲੀ ਜਾਂਦੀ ਹੈ, ਬੱਚੇ ਉਸ ਲਾਈਨ ਨੂੰ ਬਿਲਕੁਲ ਕਾਪੀ ਕਰਕੇ ਬਿਲਕੁਲ ਸੇਮ ਲੇ ਦੇ ਵਿੱਚ ਬੋਲਦੇ ਨੇ। ਇਹਦੇ ਨਾਲ ਕੀ ਹੁੰਦਾ, ਬੱਚਿਆਂ ਦੇ ਵਿੱਚ ਜੋ ਪੜ੍ਹਨ ਦੀ ਕਲਾ ਉਹਨਾਂ ਨੂੰ ਸਮਝ ਆਉਂਦੀ ਕਿ ਹਾਂਜੀ ਇੱਥੇ ਟੀਚਰ ਨੇ ਥੋੜ੍ਹੀ ਜਿਹੀ ਆਵਾਜ਼ ਆਪਣੀ ਉੱਚੀ ਕੀਤੀ ਸੀ ਜਾਂ ਇੱਥੇ ਥੋੜ੍ਹਾ ਰੁਕੇ ਸੀ, ਤਾਂ ਬੱਚੇ ਉਸ ਤਰੀਕੇ ਨੂੰ ਬਿਲਕੁਲ ਫੋਲੋ ਕਰਦੇ ਨੇ, ਉਸਦਾ ਅਨੁਕਰਨ ਮਤਲਬ ਨਕਲ ਕਰਦੇ ਨੇ। ਇਹਦੇ ਵਿੱਚ ਉਹਨਾਂ ਦੇ ਵਿੱਚ ਵਾਚਨ ਕਲਾ ਜੋ ਹੈ, ਜੋ ਪੜ੍ਹਨ ਦੀ ਕਲਾ ਜੋ ਹੈ ਉਹ ਕੀ ਹੁੰਦੀ ਹੈ, ਨਿਪੁੰਨ ਹੁੰਦੀ ਹੈ, ਸੁਧਾਰ ਆਉਂਦਾ ਹੈ ਉਹਦੇ ਵਿੱਚ। ਠੀਕ ਹੈ ਜੀ। ਸ਼ੁੱਧ ਅਤੇ ਸਪਸ਼ਟ ਵਾਚਨ ਕਰਨਾ। ਜੇਕਰ ਬੱਚਾ ਸਹੀ ਵੀ ਨਹੀਂ ਬੋਲ ਪਾ ਰਿਹਾ, ਜਦੋਂ ਉਹ ਦੇਖੇਗਾ ਕਿ ਹਾਂਜੀ ਮੇਰੇ ਟੀਚਰ ਨੇ ਇਸ ਵਰਡ ਨੂੰ ਇਸ ਤਰੀਕੇ ਨਾਲ ਬੋਲਿਆ ਹੈ ਜਾਂ ਇੱਥੇ ਥੋੜ੍ਹਾ ਜਿਹਾ ਰੁਕੇ ਹਨ, ਠੀਕ ਹੈ, ਤਾਂ ਬੱਚਾ ਬਿਲਕੁਲ ਉਸੇ ਤਰੀਕੇ ਨਾਲ ਦੁਬਾਰਾ ਉਸਨੂੰ ਰਿਪੀਟ ਕਰੇਗਾ, ਤਾਂ ਉੱਥੇ ਕੀ ਹੋਣਗੇ, ਉਸਦੇ ਜੋ ਗਲਤੀਆਂ ਹੋਣਗੀਆਂ ਉਹਨਾਂ ਵਿੱਚ ਸੁਧਾਰ ਹੋਣ ਲੱਗੇਗਾ। ਉਹ ਸਮਝੇਗਾ ਕਿ ਹਾਂਜੀ ਇੱਥੇ ਇੱਦਾਂ ਨਹੀਂ, ਆਹ ਸ਼ਬਦ ਇਸ ਤਰੀਕੇ ਨਾਲ ਨਹੀਂ, ਇਸ ਤਰੀਕੇ ਨਾਲ ਬੋਲਿਆ ਜਾਏਗਾ। ਤਾਂ ਕੁਝ ਵੀ ਆਪਾਂ ਸਮਝ ਸਕਦੇ ਆਰਾਮ ਨਾਲ ਕਿ ਉਹਨਾਂ ਦੀਆਂ ਜੋ ਗਲਤੀਆਂ ਨੇ ਉਹ ਰਿਮੂਵ ਹੋਣੀਆਂ ਸ਼ੁਰੂ ਹੋ ਜਾਣਗੀਆਂ। ਸ਼ੁੱਧ ਅਤੇ ਸਪਸ਼ਟ ਪੜ੍ਹਨਾ ਉਹ ਸਿੱਖ ਜਾਏਗਾ। ਸਵੈ ਵਿਸ਼ਵਾਸ ਨਾਲ ਵਾਚਨ ਕਰਨ ਦੀ ਯੋਗਤਾ ਦਾ ਵਿਕਾਸ ਕਰਨਾ। ਠੀਕ ਹੈ ਜੀ। ਬਹੁਤ ਸਾਰੇ ਇੱਦਾਂ ਦੇ ਸਟੂਡੈਂਟ ਹੁੰਦੇ ਨੇ ਜਿਨ੍ਹਾਂ ਵਿੱਚ ਕੌਨਫੀਡੈਂਸ ਲੈਵਲ ਦੀ ਥੋੜ੍ਹਾ ਆਪਾਂ ਕਹਿ ਸਕਦੇ ਕਿ ਕੌਨਫੀਡੈਂਸ ਨਹੀਂ ਹੁੰਦਾ, ਕਲਾਸ ਦੇ ਵਿੱਚ ਖੜ੍ਹੇ ਹੋ ਕੇ ਪੜ੍ਹਨ ਦੇ ਵਿੱਚ ਉਹ ਥੋੜ੍ਹਾ ਜਿਹਾ ਸਹੀ ਤਰੀਕੇ ਨਾਲ ਅੱਛਾ ਨਹੀਂ ਕਰ ਪਾਉਂਦੇ। ਠੀਕ ਹੈ, ਤਾਂ ਉੱਥੇ ਉਹਨਾਂ ਦਾ ਜੋ ਸਵੈ ਵਿਸ਼ਵਾਸ ਹੈ ਉਹਦੇ ਨਾਲ ਸਹੀ ਤਰੀਕੇ ਨਾਲ ਉਹਨਾਂ ਨੂੰ ਆਪਣੇ ਆਪ 'ਤੇ ਵਿਸ਼ਵਾਸ ਹੁੰਦਾ ਕਿ ਹਾਂਜੀ ਮੇਰੇ ਟੀਚਰ ਨੇ ਇਸ ਤਰੀਕੇ ਨਾਲ ਬੋਲਿਆ ਸੀ। ਇੱਕ ਕੌਨਫੀਡੈਂਸ ਆਉਂਦਾ ਕਿ ਬਿਲਕੁਲ ਸਹੀ ਪੜ੍ਹ ਰਿਹਾ। ਠੀਕ ਹੈ, ਤਾਂ ਉਹਦੇ ਨਾਲ ਉਹਨਾਂ ਦੀ ਜੋ ਸਵੈ ਵਿਸ਼ਵਾਸ ਦੇ ਨਾਲ ਜੋ ਵਾਚਨ ਕਰਨ ਦੀ ਯੋਗਤਾ ਉਹਦਾ ਕੀ ਹੁੰਦਾ, ਵਿਕਾਸ ਹੁੰਦਾ। ਤਾਂ ਬਿਲਕੁਲ ਬੇਸਿਕ ਜਿਹੀ ਗੱਲਾਂ ਸੀ। 7th ਸਟੈਪ ਆਪਣੇ ਕੋਲ ਕੀ ਹੋਏਗਾ ਉਸ ਤੋਂ ਬਾਅਦ, ਦੇਖੋ ਉਸ ਤੋਂ ਬਾਅਦ ਆਪਾਂ ਨੇ ਕਰਨਾ ਵਿਆਖਿਆ ਜਾਂ ਆਤਮੀਕਰਨ। ਹੁਣ ਵਿਆਖਿਆ ਜਾਂ ਆਤਮੀਕਰਨ ਦਾ ਕੀ ਮਤਲਬ ਹੋ ਗਿਆ, ਇਸ ਦੇ ਅੱਗੇ ਵੀ 3 ਭਾਗ ਹੁੰਦੇ ਆ। ਠੀਕ ਹੈ, ਹੁਣ ਜਿਵੇਂ ਭਾਵਾਂ ਵਿਚਾਰਾਂ ਦੀ ਵਿਆਖਿਆ ਕਰਨਾ, ਵਿਆਖਿਆ ਦਾ ਮਤਲਬ ਕੀ ਹੋ ਗਿਆ, ਐਕਸਪਲੇਨ ਕਰਨਾ ਨਾ। ਹੁਣ ਹਰ ਇੱਕ, ਹੁਣ ਤੁਸੀਂ ਇੱਦਾਂ ਨਹੀਂ ਹੈ ਕਿ ਜਸਟ ਪੜ੍ਹ ਲਿਆ ਬੱਚਿਆਂ ਨੇ, ਤੁਹਾਨੂੰ ਕਾਪੀ ਕਰ ਲਿਆ, ਸਫੀਸ਼ੈਂਟ ਹੋ ਗਿਆ, ਇੰਨਾ ਸਫੀਸ਼ੈਂਟ ਨਹੀਂ ਹੁੰਦਾ। ਜੋ ਤੁਸੀਂ ਪੜ੍ਹ ਰਹੇ ਹੋ, ਜੋ ਤੁਸੀਂ ਪੜ੍ਹਾ ਰਹੇ ਹੋ, ਉਸਨੂੰ ਐਕਸਪਲੇਨ ਕਰਨਾ, ਉਸਦੀ ਵਿਆਖਿਆ ਕਰਨਾ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਹੁੰਦਾ, ਤਾਂ ਕਿ ਬੱਚੇ ਸਮਝ ਸਕਣ ਕਿ ਉਸਦੇ ਵਿੱਚ ਵਿਚਾਰ ਕੀ ਨੇ, ਉਸਦੇ ਵਿੱਚ ਮੈਸੇਜ ਕੀ ਦਿੱਤਾ ਗਿਆ, ਸਮਝਣਾ ਕੀ ਚਾਹੁੰਦੇ ਨੇ, ਸਮਝਾਉਣਾ ਕੀ ਚਾਹੁੰਦੇ ਨੇ, ਹਰ ਇੱਕ ਚੀਜ਼ ਬੱਚੇ ਸਮਝ ਸਕਣ। ਠੀਕ ਹੈ, ਤਾਂ ਵਿਆਖਿਆ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਹੁਣ ਸ਼ਬਦਾਂ ਦਾ ਕੀ ਮਤਲਬ ਹੈ, ਬਹੁਤ ਸਾਰੇ ਡਿਫੀਕਲਟ ਵਰਡਸ ਕਈ ਵਾਰ ਆਪਾਂ ਦੇਖਦੇ ਹਾਂ ਬੁੱਕਸ ਦੇ ਵਿੱਚ ਲਿਖੇ ਹੋਏ ਹੁੰਦੇ ਨੇ, ਬੱਚਿਆਂ ਨੂੰ ਨਹੀਂ ਮੀਨਿੰਗ ਪਤਾ ਹੁੰਦਾ, ਉੱਥੇ ਸਿਰਫ ਪੜ੍ਹਨਾ ਸਫੀਸ਼ੀਐਂਟ ਹੋਏਗਾ, ਨਹੀਂ ਹੋਏਗਾ, ਕਿਉਂਕਿ ਬੱਚੇ ਨੂੰ ਪਤਾ ਹੀ ਨਹੀਂ ਕਿ ਇਸ ਵਰਡ ਦਾ ਮੀਨਿੰਗ ਕੀ ਹੈ, ਇਸ ਲਾਈਨ ਦਾ ਮਤਲਬ ਕੀ ਬਣੇਗਾ ਇਸ ਵਰਡ ਤੋਂ। ਅਗਰ ਸਹੀ ਤਰੀਕੇ ਨਾਲ ਉਹਨਾਂ ਨੂੰ ਵਰਡ ਦਾ ਮੀਨਿੰਗ ਹੀ ਨਹੀਂ ਪਤਾ, ਤਾਂ ਲਾਈਨ ਦਾ ਮੀਨਿੰਗ ਵੀ ਨਹੀਂ ਪਤਾ ਸਮਝ ਸਕਣਗੇ, ਤਾਂ ਉੱਥੇ ਉਹਨਾਂ ਨੂੰ ਸਿਰਫ ਪੜ੍ਹਨਾ ਆ ਰਿਹਾ, ਸਮਝ ਉਹ ਕੁਛ ਨਹੀਂ ਪਾ ਰਹੇ। ਤਾਂ ਵਿਆਖਿਆ ਬਹੁਤ ਜ਼ਰੂਰੀ ਹੋ ਜਾਂਦੀ ਹੈ, ਭਾਵਾਂ ਦੀ ਵਿਆਖਿਆ, ਵਿਚਾਰਾਂ ਦੀ ਵਿਆਖਿਆ। ਠੀਕ ਹੈ, ਤਾਂ ਦੇਖਦੇ ਹਾਂ ਹੁਣ ਵਿਆਖਿਆ ਨੂੰ ਆਪਾਂ 3 ਤਰੀਕੇ ਨਾਲ ਦੇਖ ਸਕਦੇ ਹਾਂ। ਵਿਆਖਿਆ ਦੇ ਵੀ 3 ਭਾਗ ਹੁੰਦੇ ਆ, ਕਿਹੜੇ ਕਿਹੜੇ ਉਹ ਦੇਖਦੇ ਹਾਂ। ਫਸਟ ਤੁਹਾਡੇ ਸਾਹਮਣੇ ਸ਼ਬਦਾਂ ਦੀ ਵਿਆਖਿਆ। ਸ਼ਬਦਾਂ ਦੀ ਵਿਆਖਿਆ ਦਾ ਮਤਲਬ ਕੀ ਹੋ ਗਿਆ, ਜਿਹੜੇ ਉੱਥੇ ਸ਼ਬਦ ਹੁੰਦੇ ਨੇ ਉਹਨਾਂ ਨੂੰ ਐਕਸਪਲੇਨ ਕਰਨਾ। ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸੀ ਕਈ ਵਾਰੀ ਇੱਦਾਂ ਦਾ ਡਿਫੀਕਲਟ ਵਰਡ ਆ ਜਾਂਦਾ, ਜਿਵੇਂ ਕਿ ਉਸਨੂੰ ਆਪਾਂ ਮੀਨਿੰਗ ਨਹੀਂ ਪਤਾ ਹੁੰਦਾ ਬੱਚਿਆਂ ਨੂੰ ਉਸ ਵਰਡ ਦਾ। ਠੀਕ ਹੈ, ਤਾਂ ਉੱਥੇ ਉਸਨੂੰ ਐਕਸਪਲੇਨ ਕਰਨਾ ਕਿ ਹਾਂਜੀ ਇਸ ਸ਼ਬਦ ਦਾ ਮਤਲਬ ਇਹ ਹੈ। ਹੁਣ ਆਪਾਂ ਉਸ ਨੂੰ ਕਿਵੇਂ ਐਕਸਪਲੇਨ ਕਰ ਸਕਦੇ ਹਾਂ, ਵਾਸਤਵਿਕ ਵਸਤੂ ਪੇਸ਼ ਕਰਕੇ। ਠੀਕ ਹੈ, ਹੁਣ ਕਈ ਵਾਰੀ ਇੱਦਾਂ ਹੁੰਦਾ ਕਿ ਬੱਚੇ ਨਹੀਂ ਸਮਝ ਪਾਉਂਦੇ ਕਿ ਹਾਂਜੀ ਉਸ ਵਰਡ ਦਾ ਮੀਨਿੰਗ ਕੀ ਹੈ। ਜੇਕਰ ਤੁਸੀਂ ਉਸ ਵਰਡ ਨੂੰ ਆਪਣੀ ਰੀਅਲ ਲਾਈਫ ਦੇ ਨਾਲ, ਜਾਂ ਫਿਰ ਉਸ ਵਰਡ ਜੋ ਵਸਤੂ ਦੀ ਉੱਥੇ ਗੱਲ ਕੀਤੀ ਗਈ ਹੈ ਉਸਨੂੰ ਬੱਚੇ ਦੇ ਸਾਹਮਣੇ ਲਿਆ ਕੇ ਰੱਖ ਦਿਓ, ਤਾਂ ਬੱਚੇ ਬੜੀ ਆਰਾਮ ਨਾਲ ਸਮਝ ਲੈਣਗੇ। ਔਰ ਜੇਕਰ ਉਹ ਸਾਹਮਣੇ ਪਈ ਵਸਤੂ ਨੂੰ ਸਮਝ ਲੈਣਗੇ ਕਿ ਹਾਂਜੀ ਇਸ ਵਸਤੂ ਦਾ ਨਾਮ ਇਹ ਹੈ। ਠੀਕ ਹੈ, ਕੋਈ ਵੀ ਐਗਜ਼ਾਮਪਲ ਤੁਸੀਂ ਲੈ ਸਕਦੇ ਹੋ।
ਠੀਕ ਹੈ। ਤਾਂ ਉੱਥੇ ਬੱਚੇ ਕਦੇ ਵੀ ਕਨਫਿਊਜ਼ ਨਹੀਂ ਹੋਣਗੇ, ਕਦੇ ਵੀ ਉਸ ਦਾ ਨਾਮ ਲਾਈਫ ਦੇ ਵਿੱਚ ਨਹੀਂ ਭੁੱਲਣਗੇ। ਠੀਕ ਹੈ। ਤਾਂ ਉੱਥੇ ਕੀ ਹੁੰਦਾ, ਰੀਅਲ ਲਾਈਫ ਨਾਲ ਉਹਨਾਂ ਨੂੰ ਰਿਲੇਟ ਕਰਕੇ ਜਾਂ ਉਹ ਵਸਤੂ ਨੂੰ ਉਹਨਾਂ ਸਾਹਮਣੇ ਰਿਪਰਜੈਂਟ ਕਰਕੇ, ਵਾਸਤਵਿਕ ਵਸਤੂ, ਠੀਕ ਹੈ, ਚਿੱਤਰ ਦੇ ਮਾਧਿਅਮ ਨਾਲ, ਪਿਕਚਰ ਦੇ ਮਾਧਿਅਮ ਨਾਲ ਹੋ ਸਕਦਾ ਕਿ ਪਿਕਚਰ ਤੁਸੀਂ ਦੀ ਦਿਖਾ ਦਿਓ। ਠੀਕ ਹੈ। ਫੋਰ ਐਗਜ਼ਾਮਪਲ ਕੋਈ ਵੀ ਵਰਡ ਹੈ, ਤੁਸੀਂ ਉਸਦੀ ਪਿਕਚਰ ਦਿਖਾ ਰਹੇ ਹੋ ਕਿ ਹਾਂਜੀ ਇਸ ਨੂੰ ਕਿਹਾ ਜਾਂਦਾ ਹੈ, ਸੰਧੀ ਜਾਂ ਸਮਾਸ ਜੋੜ ਕੇ। ਠੀਕ ਹੈ। ਇਸ ਤੋਂ ਬਾਅਦ ਅਗਰ ਗੱਲ ਕਰੀਏ ਵਾਕਾਂ ਵਿੱਚ ਪ੍ਰਯੋਗ ਕਰਕੇ, ਕੋਈ ਵੀ ਹੁਣ ਵਾਕਾਂ ਦੇ ਵਿੱਚ ਆਪਾਂ ਮੋਸਟਲੀ ਦੇਖਦੇ ਹਾਂ ਕਿ ਬੁੱਕ ਵਰਕ ਦੇ ਵਿੱਚ ਸਟੂਡੈਂਟਸ ਦੇ ਲਿਖਿਆ ਹੋਇਆ ਹੁੰਦਾ ਕਿ ਵਾਕਾਂ ਵਿੱਚ ਵਰਤੋਂ ਇੱਕ ਵਰਡ ਦਿੱਤਾ ਹੁੰਦਾ ਜਿਹਨੂੰ ਯੂਜ਼ ਕਰਕੇ ਆਪਾਂ ਪੂਰੀ ਲਾਈਨ ਬਣਾਉਣੀ ਹੁੰਦੀ ਆ। ਉੱਥੇ ਮੇਨ ਮੋਟਿਵ ਕੀ ਹੁੰਦਾ ਤਾਂ ਕਿ ਬੱਚੇ ਸਮਝ ਸਕਣ ਕਿ ਇਸ ਵਰਡ ਦਾ ਮਤਲਬ ਕੀ ਹੈ, ਇਸਨੂੰ ਆਪਾਂ ਕਿੱਥੇ ਕਿਵੇਂ ਕਿਸ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਤਾਂ ਉਹੀ ਅਗਰ ਕੋਈ ਡਿਫੀਕਲਟ ਵਰਡ ਹੈ ਉਸ ਲਾਈਨ ਦੇ ਵਿੱਚ ਨਹੀਂ ਸਮਝ ਪਾ ਰਹੇ ਤਾਂ ਉਸਨੂੰ ਕਿਸੇ ਹੋਰ ਲਾਈਨ ਦੇ ਵਿੱਚ ਜਾਂ ਫਿਰ ਹੋਰ ਸਿਚੁਏਸ਼ਨ ਦੇ ਵਿੱਚ ਜਾਂ ਹੋਰ ਵਾਕ ਦੇ ਵਿੱਚ ਉਸਦੀ ਵਰਤੋਂ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਠੀਕ ਹੈ। ਸੰਧੀ ਜਾਂ ਸਮਾਸ ਦਾ ਦੀ ਵਰਤੋਂ ਕਰਕੇ ਇਹ ਵੀ ਬਿਲਕੁਲ ਉਸੇ ਤਰੀਕੇ ਨਾਲ ਆ ਜਾਏਗਾ। ਠੀਕ ਹੈ। ਅੱਗੇ ਗੱਲ ਕਰੀਏ ਵਿਰੋਧੀ ਸ਼ਬਦ ਦੱਸ ਕੇ। ਠੀਕ ਹੈ। ਹੁਣ ਆਪੋਜ਼ਿਟ ਵਰਡ ਜਦੋਂ ਆਪਾਂ ਦੱਸ ਦਿੰਦੇ ਹਾਂ, ਫੋਰ ਐਗਜ਼ਾਮਪਲ ਚੰਗਾ ਬੁਰਾ, ਠੀਕ ਹੈ, ਤਾਂ ਉੱਥੇ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਹਾਂਜੀ ਇਸ ਦਾ ਆਪੋਜ਼ਿਟ ਇਹੀ ਹੈ, ਤਾਂ ਕੁਛ ਇਸ ਤਰੀਕੇ ਨਾਲ ਇਸਦਾ ਮੀਨਿੰਗ ਨਿਕਲ ਸਕਦਾ ਹੈ। ਠੀਕ ਹੈ। ਪ੍ਰਸੰਗ ਕਥਨ ਨਾਲ, ਅੰਗਾਂ ਦੇ ਸੰਚਾਲਨ ਨਾਲ, ਵਿਆਖਿਆ ਦੁਆਰਾ। ਠੀਕ ਹੈ। ਤਾਂ ਬਹੁਤ ਸਾਰੇ ਤਰੀਕੇ ਹੁੰਦੇ ਨੇ ਜਿਹਦੇ ਨਾਲ ਆਪਾਂ ਕਿਸੇ ਵਰਡ ਨੂੰ ਜਾਂ ਕਿਸੇ ਸ਼ਬਦ ਨੂੰ ਐਕਸਪਲੇਨ ਕਰ ਸਕਦੇ ਹਾਂ, ਸਮਝਾ ਸਕਦੇ ਹਾਂ ਉਸਦੇ ਮੀਨਿੰਗ ਨੂੰ। ਠੀਕ ਹੈ। ਉਸਦੀ ਵਿਆਖਿਆ ਕਰ ਸਕਦੇ ਹਾਂ, ਮੇਰੇ ਕਹਿਣ ਦਾ ਮਤਲਬ। ਤਾਂ ਬਿਲਕੁਲ ਇਸ ਤੋਂ ਬਾਅਦ ਅਗਰ ਗੱਲ ਕਰੀਏ, ਸਿਰਫ ਸ਼ਬਦ ਹੀ ਸਫੀਸ਼ੈਂਟ ਨਹੀਂ ਹੁੰਦੇ। ਸ਼ਬਦਾਂ ਤੋਂ ਬਾਅਦ ਅਗਰ ਗੱਲ ਕਰੀਏ ਵਾਕੰਸ਼ ਜਾਂ ਮੁਹਾਵਰੇ। ਹੁਣ ਮੁਹਾਵਰੇ ਬਹੁਤ ਜ਼ਿਆਦਾ ਆਪਾਂ ਦੇਖਦੇ ਹਾਂ ਕਿ ਇੰਪੋਰਟੈਂਟ ਰੋਲ ਕਿਉਂ ਪਲੇ ਕਰਦੇ ਆ ਲੈਂਗੁਏਜ ਦੇ ਵਿੱਚ, ਕਿਉਂਕਿ ਮੁਹਾਵਰਿਆਂ ਦੇ ਬਹੁਤ ਆਪਾਂ ਕਹਿ ਸਕਦੇ ਕਿ ਮੀਨਿੰਗ ਉਹਨਾਂ ਦਾ ਬੱਚਿਆਂ ਨੂੰ ਸਮਝ ਕਈ ਵਾਰ ਨਹੀਂ ਵੀ ਆਉਂਦਾ, ਕਿਉਂਕਿ ਘੁਮਾ ਫਿਰਾ ਕੇ ਕਹੀ ਗਈ ਗੱਲ ਹੁੰਦੀ ਹੈ। ਤਾਂ ਆਪਾਂ ਕਹਿ ਸਕਦੇ ਕਿ ਵਾਕੰਸ਼ ਹੋ ਗਏ ਜਾਂ ਮੁਹਾਵਰੇ ਹੋ ਗਏ, ਉਹਨਾਂ ਨੂੰ ਆਪਾਂ ਕਿਵੇਂ ਐਕਸਪਲੇਨ ਕਰ ਸਕਦੇ ਹਾਂ, ਪ੍ਰਯੋਗ ਵਿਧੀ ਰਾਹੀਂ। ਅਗਰ ਤੁਸੀਂ ਕਲਾਸ ਦੇ ਵਿੱਚ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਜਾਂ ਪ੍ਰਸ਼ਨ ਉੱਤਰ ਕਰਦੇ ਹੋਏ ਜਾਂ ਕਨਵਰਸੇਸ਼ਨ ਕਰਦੇ ਹੋਏ ਮੁਹਾਵਰਿਆਂ ਦੀ ਵਰਤੋਂ ਕਰ ਰਹੇ ਹੋ, ਤਾਂ ਬੱਚਿਆਂ ਦੇ ਮੁਹਾਵਰੇ ਯਾਦ ਕਰਨ ਦਾ ਕੰਪੈਰੀਜ਼ਨ ਜਦੋਂ ਉਹ ਗੱਲਬਾਤ ਦੇ ਵਿੱਚ ਉਹਨਾਂ ਨੂੰ ਖੁਦ ਯੂਜ਼ ਕਰ ਰਹੇ ਨੇ ਜਾਂ ਤੁਸੀਂ ਉਹਨਾਂ ਨੂੰ ਯੂਜ਼ ਕਰ ਰਹੇ ਹੋ ਉਹਨਾਂ ਨਾਲ ਗੱਲਬਾਤ ਕਰਦੇ ਹੋਏ, ਤਾਂ ਬੱਚਿਆਂ ਨੂੰ ਸ਼ਾਇਦ ਲੋੜ ਨਹੀਂ ਪਏਗੀ ਕਿ ਉਹ ਕਿਤਾਬਾਂ ਦੇ ਵਿੱਚ ਰੱਟੇ ਲਗਾਉਣ ਕਿ ਇਸ ਮੁਹਾਵਰੇ ਦਾ ਮੀਨਿੰਗ ਇਹ ਹੁੰਦਾ ਹੈ। ਠੀਕ ਹੈ। ਤਾਂ ਉੱਥੇ ਡਿਫਰੈਂਸ ਆ ਜਾਂਦਾ। ਪ੍ਰਯੋਗ ਵਿਧੀ ਨਾਲ ਮਤਲਬ ਉਹ ਕਨਵਰਸੇਸ਼ਨ ਕਰਦੇ ਹੋਏ ਜਾਂ ਕਿਸੇ ਵੀ ਤਰੀਕੇ ਨਾਲ ਉਹਨਾਂ ਮੁਹਾਵਰੇ ਦੀ ਵਰਤੋਂ ਕਰਨਾ ਔਰ ਉਹਨਾਂ ਤੋਂ ਕਰਵਾਉਣਾ। ਠੀਕ ਹੈ ਜੀ। ਤਾਂ ਬਿਲਕੁਲ ਅਰਥਾਂ ਦੀ ਸਪਸ਼ਟਤਾ ਨਾਲ। ਠੀਕ ਹੈ। ਤਾਂ ਬਿਲਕੁਲ ਉਹਨਾਂ ਦੇ ਜੋ ਮੀਨਿੰਗ ਨੇ ਉਹਨਾਂ ਦੇ ਜੋ ਸਪਸ਼ਟ ਹੋਣੇ ਚਾਹੀਦੇ ਨੇ। ਠੀਕ ਹੈ। ਇਸ ਮੁਹਾਵਰੇ ਦਾ ਮੀਨਿੰਗ ਇਹ ਹੈ। ਠੀਕ ਹੈ। ਹੁਣ ਜਦੋਂ ਬੱਚੇ ਨੂੰ ਪਤਾ ਹੈ ਕਿ ਇਸ ਮੁਹਾਵਰੇ ਦਾ ਮੀਨਿੰਗ ਇਹ ਹੈ ਤਾਂ ਉਸਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰੇਗਾ ਆਪਣੀ ਰੀਅਲ ਲਾਈਫ ਦੇ ਵਿੱਚ, ਤਾਂ ਉਸਦੀ ਜੋ ਪ੍ਰੈਕਟਿਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਹੋ ਸਕਦੀ ਹੈ। ਅੱਗੇ ਅਗਰ ਆਪਾਂ ਗੱਲ ਕਰੀਏ ਵਾਕਾਂ ਦੀ ਵਿਆਖਿਆ। ਹੁਣ ਦੇਖੋ ਆਪਾਂ ਸ਼ਬਦ ਤੋਂ ਸ਼ੁਰੂ ਕੀਤਾ, ਵਾਕੰਸ਼ ਤੱਕ ਜਾਂ ਮੁਹਾਵਰੇ ਤੱਕ ਪਹੁੰਚੇ। ਹੁਣ ਇਹਨਾਂ ਵਾਕੰਸ਼ਾਂ ਨੂੰ ਮਿਲਾ ਕੇ ਆਪਣੇ ਕੋਲ ਕੀ ਬਣਦੇ ਨੇ, ਵਾਕ ਬਣਦੇ ਨੇ ਨਾ। ਵਾਕ ਨੂੰ ਆਪਾਂ ਕਿਵੇਂ ਕਰ ਸਕਦੇ ਹਾਂ। ਹੁਣ ਵਾਕ ਅਗਰ ਗ੍ਰਾਮਰ ਦੇ ਤੌਰ 'ਤੇ ਦੇਖਿਆ ਜਾਵੇ ਤਾਂ ਵਾਕ ਦੋ ਹੁੰਦੇ ਆ, ਮਿਸ਼ਰਿਤ, ਸੰਯੁਕਤ। ਠੀਕ ਹੈ। ਮਤਲਬ ਕੀ ਹੈ, ਵਾਕ ਦੇ ਹਰ ਇੱਕ ਪਾਰਟ ਨੂੰ ਸਿੰਪਲ ਸ਼ਬਦਾਂ ਵਿੱਚ ਅਗਰ ਕਹੀਏ ਮਿਸ਼ਰਿਤ ਸੰਯੁਕਤ, ਇੰਨਾ ਕਨਫਿਊਜ਼ ਨਾ ਵੀ ਹੋਈਏ, ਤਾਂ ਸਿੰਪਲ ਸ਼ਬਦਾਂ ਵਿੱਚ ਇਹ ਮੀਨਿੰਗ ਬਣ ਜਾਂਦਾ ਹੈ ਕਿ ਹਰ ਇੱਕ ਖੰਡ ਨੂੰ, ਹਰ ਇੱਕ ਪਾਰਟ ਨੂੰ ਵਾਕ ਦੇ ਐਕਸਪਲੇਨ ਕਰਨਾ। ਠੀਕ ਹੈ। ਫੋਰ ਐਗਜ਼ਾਮਪਲ ਤੁਸੀਂ ਗ੍ਰਾਮਰ ਸਿਖਾ ਰਹੇ ਹੋ, ਇੱਕ ਲਾਈਨ ਤੁਹਾਡੇ ਸਾਹਮਣੇ ਲਿਖੀ ਹੋਈ ਹੈ, ਤੁਸੀਂ ਬੱਚੇ ਨੂੰ ਦੱਸੋ ਕਿ ਹਾਂਜੀ ਇਹ ਇਸਦਾ ਮਿਸ਼ਰਿਤ ਇੰਨਾ ਕੁ ਮਿਸ਼ਰਿਤ ਹੈ ਜਾਂ ਇਹ ਸੰਯੁਕਤ ਵਾਕ ਹੈ, ਜਾਂ ਫਿਰ ਦੱਸੋ ਕਿ ਇਸ ਵਿੱਚ ਕਿਰਿਆ ਕਿੱਥੇ ਹੈ, ਇਸ ਵਿੱਚ ਕਾਰਕ ਕਿੱਥੇ ਹੈ, ਇਸ ਵਿੱਚ ਵਿਸ਼ਲੇਸ਼ਣ ਕਿੱਥੇ ਹੈ। ਠੀਕ ਹੈ। ਉਹ ਸਾਰਾ ਕੁਛ ਇਹਦੇ ਵਿੱਚ ਜੇਕਰ ਤੁਸੀਂ ਬੱਚੇ ਨੂੰ ਐਕਸਪਲੇਨ ਕਰੋ ਤਾਂ ਉਹ ਕੀ ਹੋ ਜਾਂਦੀ ਹੈ, ਵਾਕ ਦੀ ਵਿਆਖਿਆ। ਠੀਕ ਹੈ। ਤਾਂ ਬਿਲਕੁਲ ਉਹਨਾਂ ਦਾ ਅਰਥ ਸਮਝਾਉਣਾ। ਠੀਕ ਹੈ। ਖੰਡਾਂ ਦਾ ਅਰਥ ਸਮਝਾਉਣਾ। ਇਸ ਤੋਂ ਬਾਅਦ ਅਗਰ ਗੱਲ ਕਰੀਏ ਉਸ ਤੋਂ ਬਾਅਦ ਵਾਕਾਂ ਦਾ ਸੰਪੂਰਨ ਅਰਥ ਸਮਝਾਉਣਾ। ਹੁਣ ਜੋ ਤੁਸੀਂ ਵਾਕ ਇੱਕ ਦੱਸ ਰਹੇ ਹੋ, ਗ੍ਰਾਮਰ ਦੇ ਤੌਰ 'ਤੇ ਬੱਚਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ, ਤੁਹਾਨੂੰ ਦੱਸਣਾ ਚਾਹੀਦਾ ਕਿ ਹਾਂਜੀ ਇੱਥੇ ਕਿਰਿਆ ਕਾਰਕ, ਇੱਥੇ ਵਿਸ਼ੇਸ਼ਣ ਯੂਜ਼ ਹੋਇਆ ਹੈ, ਪਾਸਟ ਟੈਂਸ ਹੈ, ਇਹ ਭੂਤਕਾਲ ਦੀ ਗੱਲ ਕਰ ਰਿਹਾ, ਫਿਊਚਰ ਦੀ ਗੱਲ ਕਰ ਰਿਹਾ। ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਵਾਕ ਨੂੰ ਪ੍ਰੋਪਰਲੀ ਗ੍ਰਾਮਰ ਦੇ ਤੌਰ 'ਤੇ ਐਕਸਪਲੇਨ ਕਰ ਸਕਦੇ ਹੋ। ਜਦੋਂ ਉਹ ਸਭ ਕੁਛ ਹੋਣ ਤੋਂ ਬਾਅਦ ਤੁਸੀਂ ਕੀ ਕਰੋਗੇ, ਉਸ ਵਾਕ ਦਾ ਮਤਲਬ ਕੀ ਹੈ, ਇਸ ਵਿੱਚ ਰਾਈਟਰ ਕਹਿਣਾ ਕੀ ਚਾਹੁੰਦਾ ਹੈ, ਜਾਂ ਇਸ ਦਾ ਵਿੱਚ ਜੋ ਵਿਚਾਰ ਨੇ ਉਹ ਕੀ ਨੇ। ਠੀਕ ਹੈ। ਇਸਦਾ ਮਤਲਬ ਕੀ ਨਿਕਲ ਕੇ ਆ ਰਿਹਾ ਉਸਨੂੰ ਐਕਸਪਲੇਨ ਕਰਨਾ, ਸੰਪੂਰਨ ਅਰਥ ਉਸਨੂੰ ਵਿੱਚ ਸਮਝਾਉਣਾ। ਠੀਕ ਹੈ। ਉਸਦੇ ਵਿੱਚ ਅਗਰ ਅਲੰਕਾਰ ਯੂਜ਼ ਹੋਏ ਨੇ, ਜਿਵੇਂ ਕਿ ਅਲੰਕਾਰ ਜਦੋਂ ਆਪਾਂ ਪੜ੍ਹਾਂਗੇ ਤੁਹਾਨੂੰ ਕਲੀਅਰ ਹੋ ਜਾਊਗਾ ਕਿ ਕਿਹੜੇ ਕਿਹੜੇ ਉਹਦੇ ਵਿੱਚ ਅਲੰਕਾਰ ਯੂਜ਼ ਹੋਏ ਨੇ, ਉਹ ਸਾਰਾ ਕੁਛ ਇਹਦੇ ਵਿੱਚ ਐਕਸਪਲੇਨ ਕਰਨਾ। ਇਹ ਵਾਕ ਦੀ ਪ੍ਰੋਪਰ ਐਕਸਪਲੇਨੇਸ਼ਨ ਹੋ ਜਾਂਦੀ ਹੈ। ਇੱਦਾਂ ਨਹੀਂ ਹੈ ਮੋਸਟਲੀ ਆਪਾਂ ਦੇਖਦੇ ਕੀ ਹੁੰਦਾ ਕਿ ਇੱਕ ਵਾਕ ਲਿਖਿਆ ਹੋਇਆ ਆਪਾਂ ਉਸਨੂੰ ਐਕਸਪਲੇਨ ਕਰ ਦਿੰਦੇ, ਡੈਟ ਇਜ਼ ਸਫੀਸ਼ੈਂਟ। ਉੱਥੇ ਬੱਚਾ ਸਮਝ ਤਾਂ ਲੈਂਦਾ ਕਿ ਇਹਦੇ ਵਿੱਚ ਕੀ ਲਿਖਿਆ ਹੋਇਆ, ਬਟ ਜਦੋਂ ਉਹ ਖੁਦ ਲਿਖੇਗਾ ਤਾਂ ਉਸਨੂੰ ਜੋ ਗ੍ਰਾਮਰ ਦੀ, ਜੋ ਅਲੰਕਾਰ ਦੀ ਜੋ ਨੌਲੇਜ ਹੋਣੀ ਚਾਹੀਦੀ ਆ ਉਹ ਕਿਤੇ ਨਾ ਕਿਤੇ ਉਹ ਘੱਟ ਹੋਏਗੀ। ਠੀਕ ਹੈ। ਤਾਂ ਹਰ ਇੱਕ ਚੀਜ਼ ਨੂੰ ਆਪਾਂ ਨੂੰ ਐਕਸਪਲੇਨ ਕਰਨਾ ਪੂਰਾ ਆਪਣਾ ਡਿਊਟੀ ਹੈ। ਤਾਂ ਇਹ ਤਾਂ ਸੀ ਵਿਆਖਿਆ। ਵਿਆਖਿਆ ਦੇ ਵਿੱਚ ਆਪਾਂ ਕੀ ਕਰਨਾ, ਜੋ ਸ਼ਬਦ ਨੇ ਉਹਨਾਂ ਨੂੰ ਐਕਸਪਲੇਨ ਕਰਨਾ, ਮੁਹਾਵਰੇ ਜਾਂ ਵਾਕੰਸ਼ ਨੂੰ ਐਕਸਪਲੇਨ ਕਰਨਾ। ਤੁਸੀਂ ਇਸ ਤਰੀਕੇ ਨਾਲ ਯਾਦ ਰੱਖ ਸਕਦੇ ਹੋ, ਸਭ ਤੋਂ ਛੋਟਾ ਕੀ ਹੁੰਦਾ ਸ਼ਬਦ, ਸ਼ਬਦਾਂ ਨੂੰ ਮਿਲਾ ਕੇ ਕੀ ਬਣਦਾ ਵਾਕੰਸ਼, ਔਰ ਵਾਕੰਸ਼ਾਂ ਨੂੰ ਮਿਲਾ ਕੇ ਕੀ ਬਣਦਾ ਵਾਕ। ਤਾਂ ਹਰ ਇੱਕ ਸਟੈਪ ਨੂੰ ਆਪਾਂ ਨੇ ਕੀ ਕਰਨਾ ਹੁੰਦਾ, ਐਕਸਪਲੇਨ ਕਰਨਾ ਹੁੰਦਾ, ਉਹਨਾਂ ਦੀ ਵਿਆਖਿਆ ਕਰਨੀ ਹੁੰਦੀ ਹੈ।
ਇਸ ਤੋਂ ਬਾਅਦ ਆਪਾਂ ਦੇਖ ਪਾ ਰਹੇ ਹਾਂ ਇੱਥੇ ਮੌਨ ਪਾਠ। ਠੀਕ ਹੈ ਜੀ, ਮੌਨ ਪਾਠ, ਮੌਨ ਦਾ ਮਤਲਬ ਕੀ ਹੁੰਦਾ? ਸ਼ਾਂਤ, ਆਪਣੇ ਮਨ ਦੇ ਵਿੱਚ ਕਰਨਾ। ਮੌਨ ਪਾਠ ਦਾ ਮਤਲਬ ਹੁੰਦਾ ਆਪਣੇ ਮਨ ਦੇ ਵਿੱਚ ਪਾਠ ਕਰਨਾ। ਮੌਨ ਪਾਠ ਮਤਲਬ ਬਿਨਾਂ ਆਵਾਜ਼ ਤੋਂ। ਕਲੀਅਰ ਹੋ ਗਿਆ ਇੱਥੇ ਹੀ? ਤਾਂ ਇੱਥੇ ਮੈਨੂੰ ਨਹੀਂ ਲੱਗਦਾ ਇਸ ਪੁਆਇੰਟ ਦੇ ਵਿੱਚ ਕੁਝ ਵੀ ਰਹਿ ਗਿਆ ਇਹਦੇ ਵਿੱਚ, ਕਿਉਂਕਿ ਜੇਕਰ ਆਪਾਂ ਨੂੰ ਨਾਮ ਤੋਂ ਹੀ ਆਪਾਂ ਸਮਝਣਾ ਸ਼ੁਰੂ ਕਰ ਗਏ ਕਿ ਹਾਂਜੀ ਇਸ ਦਾ ਮਤਲਬ ਕੀ ਹੋਏਗਾ, ਤਾਂ ਆਪਾਂ ਨੂੰ ਸਭ ਕੁਝ ਕਲੀਅਰ ਹੋ ਸਕਦਾ ਹੈ। ਹੁਣ ਦੇਖੋ ਮੌਨ ਪਾਠ ਦਾ ਅਰਥ ਕੀ ਹੁੰਦਾ ਹੈ? ਬੱਚਿਆਂ ਨੂੰ ਗਦ ਪਾਠ ਨੂੰ ਖੁਦ ਸਮਝਣ ਲਈ ਚਿੰਤਨ ਕਰਨ ਦਾ ਮੌਕਾ ਦੇਣਾ। ਠੀਕ ਹੈ, ਹੁਣ ਜਦੋਂ ਬੱਚੇ ਮਨ ਦੇ ਵਿੱਚ ਪੜ੍ਹ ਰਹੇ ਨੇ, ਹੁਣ ਜਿਵੇਂ ਫੋਰ ਐਗਜ਼ਾਮਪਲ ਉਹ ਹੌਲੀ ਆਵਾਜ਼ ਦੇ ਵਿੱਚ ਜਾਂ ਬਿਨਾਂ ਆਵਾਜ਼ ਤੋਂ ਪੜ੍ਹ ਰਹੇ ਨੇ, ਤਾਂ ਉਹ ਕਿਤੇ ਨਾ ਕਿਤੇ ਸੋਚਣਾ ਸ਼ੁਰੂ ਕਰਨਗੇ। ਜਦੋਂ ਖੁਦ ਸੋਚਦੇ ਨੇ, ਖੁਦ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਖੁਦ ਆਪਣੀ ਲੌਜੀਕਲ ਥਿੰਕਿੰਗ ਲਗਾਉਣੀ ਸ਼ੁਰੂ ਕਰਦੇ ਨੇ ਕਿ ਇਹ ਇਸ ਤਰੀਕੇ ਨਾਲ ਕਿਉਂ ਕਿਹਾ ਗਿਆ ਜਾਂ ਇਸ ਦੇ ਪਿੱਛੇ ਕੀ ਕਾਰਨ ਹੈ। ਠੀਕ ਹੈ, ਇਸ ਦੇ ਆਲੋਚਨਾਤਮਕ ਪੱਖ ਤੋਂ ਸੋਚਣਾ ਸ਼ੁਰੂ ਕਰਦੇ ਨੇ, ਮਤਲਬ ਇਹ ਇੱਦਾਂ ਨਾ ਹੋ ਕੇ ਦੂਸਰੇ ਤਰੀਕੇ ਨਾਲ ਵੀ ਤਾਂ ਹੋ ਸਕਦਾ ਸੀ। ਠੀਕ ਹੈ, ਤਾਂ ਉਹ ਸਾਰਾ ਕੁਝ ਕੀ ਹੈ, ਕਾਫੀ ਹੱਦ ਤੱਕ ਬੱਚਿਆਂ ਦੇ ਜੋ ਗਿਆਨ ਹੈ ਉਹਦੇ ਵਿੱਚ ਇੰਪਰੂਵਮੈਂਟ ਕਰਨ ਦੇ ਵਿੱਚ ਹੈਲਪਫੁਲ ਹੁੰਦਾ ਹੈ। ਹਰ ਇੱਕ ਚੀਜ਼ ਟੀਚਰ ਐਕਸਪਲੇਨ ਕਰੇਗਾ ਤਾਂ ਉੱਥੇ ਵੀ ਪ੍ਰੋਬਲਮ ਹੁੰਦੀ ਹੈ। ਜਦੋਂ ਬੱਚੇ ਖੁਦ ਸੋਚਣਾ ਸ਼ੁਰੂ ਕਰਦੇ ਨੇ ਤਾਂ ਉਹ ਜ਼ਿਆਦਾ ਹੈਲਪਫੁਲ ਹੋ ਜਾਂਦਾ ਹੈ। ਠੀਕ ਹੈ ਜੀ, ਤਾਂ ਇਹ ਹੋ ਗਿਆ ਮੌਨ ਪਾਠ। ਜਦੋਂ ਆਪਾਂ ਨੇ ਬੱਚਿਆਂ ਨੂੰ ਸਾਰਾ ਕੁਝ ਐਕਸਪਲੇਨ ਕਰ ਦਿੱਤਾ, ਆਪਾਂ ਨੇ ਵਾਚਨ ਕੀਤਾ। ਠੀਕ ਹੈ, ਪਹਿਲਾਂ ਤਾਂ ਸਭ ਤੋਂ ਚਲੋ ਦੇਖਾਂਗੇ ਉਹ ਸਾਰਾ ਕੁਛ। ਠੀਕ ਹੈ, ਉਸ ਤੋਂ ਬਾਅਦ ਆਪਾਂ ਨੇ ਵਾਚਨ ਕੀਤਾ, ਇਕੱਲੀ ਇਕੱਲੀ ਚੀਜ਼ ਨੂੰ ਐਕਸਪਲੇਨ ਕੀਤਾ। ਠੀਕ ਹੈ, ਐਕਸਪਲੇਨ ਕਰਨ ਤੋਂ ਬਾਅਦ ਆਪਾਂ ਨੇ ਡਿਊਟੀ ਕੀ ਬਣਦੀ ਕਿ ਬੱਚੇ ਇੱਕ ਵਾਰੀ ਖੁਦ ਇਸ ਨੂੰ ਰੀਡ ਆਊਟ ਕਰਨ। ਰੀਡ ਆਊਟ ਦਾ ਮਤਲਬ ਇਹ ਨਹੀਂ ਹੈ ਕਿ ਬੈਠ ਕੇ ਓਨਲੀ ਰੀਡ ਕਰ ਲਿਆ, ਮਤਲਬ ਉਸ ਉੱਪਰ ਸੋਚਣ, ਸਮਝਣ, ਮਨ ਦੇ ਵਿੱਚ ਬੈਠ ਕੇ ਉਸ ਨੂੰ ਪੜ੍ਹਨ, ਲੌਜੀਕਲ ਥਿੰਕਿੰਗ ਲਗਾਉਣ ਕੇ ਹਾਂਜੀ ਠੀਕ ਹੈ ਇਸਦਾ ਮਤਲਬ ਇਹ ਹੋ ਸਕਦਾ ਹੈ। ਠੀਕ ਹੈ, ਤਾਂ ਉਹ ਸਾਰਾ ਕੁਛ ਆ ਜਾਂਦਾ ਇਹਦੇ ਵਿੱਚ। ਅੱਗੇ ਆ ਜਾਂਦਾ ਅਗਲਾ ਸਟੈਪ ਕੀ ਹੋਏਗਾ? ਠੀਕ ਹੈ, ਅਗਲਾ ਸਟੈਪ ਹੋਏਗਾ ਬੋਧ ਪ੍ਰਸ਼ਨ। ਹੁਣ ਪ੍ਰਸ਼ਨ ਤੋਂ ਹੀ ਤੁਹਾਨੂੰ ਸਮਝ ਆ ਗਿਆ ਹੋਏਗਾ ਕਿ ਕੁਐਸਚਨਸ ਦੀ ਗੱਲ ਹੋਈ ਹੈ। ਠੀਕ ਹੈ, ਕਿ ਬੱਚੇ ਸਮਝ ਪਾ, ਹੁਣ ਬੱਚਿਆਂ ਨੇ ਜਦੋਂ ਪੂਰਾ ਮੌਨ ਪਾਠ ਕੀਤਾ, ਕਲੀਅਰ ਹੋ ਗਿਆ ਉਹਨਾਂ ਨੂੰ। ਠੀਕ ਹੈ, ਉਹਨਾਂ ਨੇ ਆਪਣੇ ਸੋਚਿਆ ਸਮਝਿਆ। ਠੀਕ ਹੈ, ਆਪਣੀ ਸੋਚ ਉੱਥੇ ਸ਼ਾਮਿਲ ਕੀਤੀ। ਤਾਂ ਉਸ ਤੋਂ ਬਾਅਦ ਜਦੋਂ ਆਪਾਂ ਨੂੰ ਸਮਝ ਲੱਗਿਆ ਕਿ ਹਾਂਜੀ ਬੱਚੇ ਕਰ ਚੁੱਕੇ ਨੇ, ਸਿੱਖ ਚੁੱਕੇ ਨੇ, ਤਾਂ ਆਪਾਂ ਕੀ ਕਰਾਂਗੇ, ਉਹਨਾਂ ਤੋਂ ਕੁਐਸਚਨਿੰਗ ਕਰਕੇ ਦੇਖਾਂਗੇ ਕਿ ਬੱਚੇ ਸਿੱਖ ਚੁੱਕੇ ਨੇ ਜਾਂ ਨਹੀਂ। ਠੀਕ ਹੈ, ਉੱਥੇ ਹਲੇ ਵੀ ਆਪਾਂ ਨੂੰ ਡਾਊਟ ਹੈ ਕਿ ਬੱਚਿਆਂ ਨੂੰ ਕਲੀਅਰ ਹੋਇਆ ਜਾਂ ਨਹੀਂ ਪੁਆਇੰਟ। ਠੀਕ ਹੈ, ਤਾਂ ਉੱਥੇ ਆਪਾਂ ਕੀ ਕਰਾਂਗੇ, ਕੋਈ ਵੀ ਕਹਾਣੀ ਜਾਂ ਅਗਰ ਕੋਈ ਨਿਬੰਧ ਹੈ, ਜੋ ਕੋਈ ਵੀ ਟੌਪਿਕ ਹੈ ਜਿਸ ਦੇ ਉੱਪਰ ਆਪਾਂ ਬੱਚੇ ਨੂੰ ਐਕਸਪਲੇਨ ਕਰ ਰਹੇ ਹਾਂ, ਤਾਂ ਉੱਥੇ ਆਪਾਂ ਫਿਰ ਕੀ ਕਰਾਂਗੇ, ਬੱਚਿਆਂ ਨਾਲ ਕੁਐਸਚਨ ਆਨਸਰ ਕਰਾਂਗੇ, ਪੁੱਛਾਂਗੇ ਉਹਨਾਂ ਤੋਂ ਕੁਐਸਚਨਸ। ਹੁਣ ਜ਼ਰੂਰੀ ਨਹੀਂ ਹੈ ਕਿ ਕੁਐਸਚਨ ਹੀ ਪੁੱਛਣੇ ਆ, ਗੱਲਬਾਤ ਦੇ ਜ਼ਰੀਏ ਉਹਨਾਂ ਤੋਂ ਪੁੱਛਿਆ ਜਾ ਸਕਦਾ ਕਿਵੇਂ ਵੀ। ਠੀਕ ਹੈ, ਹੁਣ ਜਿਵੇਂ ਬੱਚਿਆਂ ਦੇ ਅਕੋਰਡਿੰਗ ਜਾਂ ਟੀਚਰ ਦੇ ਅਕੋਰਡਿੰਗ, ਤਾਂ ਬਿਲਕੁਲ ਕੁਐਸਚਨ ਆਨਸਰ ਪੁੱਛ ਕੇ ਉਹਨਾਂ ਤੋਂ ਉਹਨਾਂ ਦੀ ਨੌਲੇਜ ਜੋ ਹੈ ਉਹ ਚੈੱਕ ਕੀਤੀ ਜਾ ਸਕਦੀ ਕਿ ਬੱਚੇ ਟੌਪਿਕ ਨੂੰ ਸਮਝ ਵੀ ਸਕੇ ਨੇ ਜਾਂ ਨਹੀਂ। ਠੀਕ ਹੈ, ਇਸ ਤੋਂ ਬਾਅਦ ਅਗਰ ਗੱਲ ਕਰੀਏ 10th ਜੋ ਹੈ, ਉੱਥੇ ਆਪਾਂ ਦੇਖ ਪਾ ਰਹੇ ਹਾਂ ਨਿਰੀਖਣ ਕਾਰਜ। ਨਿਰੀਖਣ ਕਾਰਜ ਦੇ ਵਿੱਚ ਕੀ ਹੈ, ਕਹਿੰਦੇ ਬਲੈਕ ਬੋਰਡ ਜਾਂ ਉੱਤਰ ਕਾਪੇ ਦੇ ਉੱਪਰ ਪਾਠ ਦਾ ਸਾਰੰਸ਼ ਲਿਖਣ ਦਾ ਮੌਕਾ ਦੇਣਾ। ਹੁਣ ਬੱਚਿਆਂ ਨਾਲ ਆਪਾਂ ਗੱਲਬਾਤ ਕੀਤੀ, ਕੁਐਸਚਨ ਆਨਸਰ ਕੀਤਾ, ਆਪਾਂ ਨੂੰ ਕਲੀਅਰ ਹੋਇਆ ਕਿ ਹਾਂਜੀ ਬੱਚਿਆਂ ਦੇ ਟੌਪਿਕ ਜੋ ਹੈ ਕਲੀਅਰ ਹੋ ਗਿਆ, ਸਮਝ ਚੁੱਕੇ ਨੇ ਕਿ ਇਸ ਦੇ ਵਿੱਚ ਕੀ ਹੈ ਕੀ ਨਹੀਂ ਹੈ। ਠੀਕ ਹੈ, ਹੁਣ ਆਪਾਂ ਕੀ ਕਰਾਂਗੇ, ਜੋ ਵੀ ਪੂਰਾ ਟੌਪਿਕ ਦਾ ਸਾਰ ਅੰਸ਼ ਸੀ, ਮਤਲਬ ਪੂਰੇ ਟੌਪਿਕ ਦੇ ਵਿੱਚ ਕੀ ਕਹਿਣ ਦੀ ਗੱਲ ਕੀਤੀ ਗਈ ਹੈ। ਠੀਕ ਹੈ, ਹੁਣ ਜਿਵੇਂ ਕਿ ਕਵਿਤਾ ਹੈ, ਕਵਿਤਾ ਦਾ ਮੇਨ ਪੁਆਇੰਟ ਕੀ ਹੁੰਦਾ, ਕੇਂਦਰੀ ਭਾਵ ਹੁੰਦਾ, ਕਿਉਂਕਿ ਕੇਂਦਰੀ ਭਾਵ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂਜੀ ਕਵਿਤਾ ਦੇ ਵਿੱਚ ਕਹਿਣਾ ਕੀ ਚਾਹੁੰਦਾ ਰਾਈਟਰ, ਕੀ ਉਹਦੇ ਵਿੱਚ ਮਤਲਬ ਆਪਣਾ ਦੱਸਣ ਦੀ ਕੋਸ਼ਿਸ਼ ਕਰ ਰਿਹਾ। ਠੀਕ ਹੈ, ਉਵੇਂ ਜਿਵੇਂ ਕਵਿਤਾ ਦਾ ਕੇਂਦਰੀ ਭਾਵ ਹੁੰਦਾ, ਉੱਦਾਂ ਹੀ ਅਗਰ ਆਪਾਂ ਗਦ ਜਾਂ ਵਾਰਤਕ ਦੀ ਗੱਲ ਕਰੀਏ, ਉਹਦੇ ਵਿੱਚ ਕੀ ਹੁੰਦਾ, ਸਾਰ ਅੰਸ਼ ਹੁੰਦਾ। ਠੀਕ ਹੈ, ਕਿ ਪੂਰੇ ਟੌਪਿਕ ਦੇ ਵਿੱਚ ਰਾਈਟਰ ਕਹਿਣਾ ਕੀ ਚਾਹੁੰਦਾ ਹੈ। ਤਾਂ ਉਹ ਅਗਰ ਬੱਚੇ ਖੁਦ ਲਿਖਣਗੇ, ਅਗਰ ਉਹ ਸਮਝ ਚੁੱਕੇ ਨੇ ਕਿ ਇਸ ਟੌਪਿਕ ਦੇ ਵਿੱਚ ਕਿਹਦੇ ਬਾਰੇ ਗੱਲ ਕੀਤੀ ਗਈ ਹੈ, ਕਿੱਦਾਂ ਕੀਤੀ ਗਈ ਹੈ, ਤਾਂ ਬੱਚਿਆਂ ਨੂੰ ਖੁਦ ਲਿਖਣ ਦਾ ਮੌਕਾ ਦਿਓ। ਆਪਾਂ ਤਾਂ ਲਿਖਵਾਈ ਦੇਣਾ ਹੈ ਨਾ, ਬਲੈਕ ਬੋਰਡ 'ਤੇ ਲਿਖਦਾ ਬੱਚੇ ਨੇ ਕਾਪੀ ਕਰ ਲਿਆ, ਨੋ, ਬੱਚਿਆਂ ਨੂੰ ਖੁਦ ਇੱਕ ਵਾਰੀ ਮੌਕਾ ਦੇਵੋ ਕਿ ਉਹ ਖੁਦ ਆਪਣੀ ਨੋਟਬੁੱਕ ਦੇ ਉੱਪਰ ਜਾਂ ਬਲੈਕ ਬੋਰਡ ਦੇ ਉੱਪਰ ਕਿਵੇਂ ਵੀ ਇੱਕ ਵਾਰੀ ਲਿਖਣ ਕਿ ਪੂਰੇ ਟੌਪਿਕ ਦੇ ਵਿੱਚ ਕੀ ਗੱਲ ਕੀਤੀ ਗਈ ਹੈ। ਇਹ ਸੀਗਾ ਆਪਣਾ 10ਵਾਂ ਸਟੈਪ। ਆਫਟਰ ਦੈਟ ਆਪਾਂ ਕੀ ਕਰਾਂਗੇ, ਜਦੋਂ ਆਪਾਂ ਨੇ ਦੇਖਿਆ ਕਿ ਹਾਂਜੀ ਚਲੋ ਠੀਕ ਹੈ ਬੱਚੇ ਸਿੱਖ ਚੁੱਕੇ ਨੇ, ਲਿਖ ਚੁੱਕੇ ਨੇ, ਵਧੀਆ ਉਹਨਾਂ ਦੇ ਜੋ ਵਿਊਜ਼ ਨੇ ਆਪਾਂ ਨੂੰ ਦੇਖਣ ਨੂੰ ਮਿਲੇ ਨੇ, ਤਾਂ ਦੁਹਰਾਈ ਕੀ ਹੋਏਗੀ, ਘਰ ਦੇ ਕੰਮ ਦੇ ਵਿੱਚ ਹੋਏਗੀ ਕਿ ਬੱਚਿਆਂ ਨੂੰ 4-5 ਪ੍ਰਸ਼ਨ ਪੁੱਛੇ ਜਾਣ ਤੇ ਉਹਨਾਂ ਨੂੰ ਦੁਹਰਾਈ ਲਈ ਉਹਨਾਂ ਦਾ ਜੋ ਕੰਮ ਹੈ ਉਹਨਾਂ ਨੂੰ ਦਿੱਤਾ ਜਾਵੇ, ਤਾਂ ਕਿ ਘਰੇ ਜਾ ਕੇ ਉਹਨਾਂ ਦੀ ਇੱਕ ਵਾਰੀ ਰਿਵੀਜ਼ਨ ਹੋ ਸਕੇ ਜੋ ਵੀ ਉਹਨਾਂ ਨੇ ਅੱਜ ਦੀ ਕਲਾਸ ਦੇ ਵਿੱਚ ਪੂਰਾ ਰੀਡ ਆਊਟ ਕੀਤਾ। ਠੀਕ ਹੈ, ਤਾਂ ਇਹਨਾਂ ਸਟੈਪਸ ਦੇ ਜ਼ਰੀਏ ਜੋ ਗਦ ਹੈ, ਜੋ ਵਾਰਤਕ ਹੈ, ਉਹ ਆਪਾਂ ਨੂੰ ਪੜ੍ਹਾਉਣਾ ਚਾਹੀਦਾ ਹੈ, ਕਿਉਂਕਿ ਇਹ ਬਹੁਤ ਜ਼ਿਆਦਾ ਸਹੀ ਮੈਥਡ ਹੈ। ਇਸ ਦੇ ਨਾਲ ਅਗਰ ਬੱਚੇ ਪੜ੍ਹਨਗੇ ਤਾਂ ਉਹਨਾਂ ਦਾ ਸਟੈਪ ਬਾਏ ਸਟੈਪ ਹਰ ਇੱਕ ਚੀਜ਼ ਜੋ ਹੈ ਉਹ ਕਲੀਅਰ ਹੋਏਗੀ। ਠੀਕ ਹੈ, ਤੇ ਕਿਹੜੇ ਸਟੈਪ ਨੇ ਆਪਾਂ ਸ਼ੁਰੂ ਤੋਂ ਦੁਬਾਰਾ ਦੇਖ ਲੈਂਦੇ ਹਾਂ। ਦੇਖੋ, ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ, ਅਗਰ ਤੁਸੀਂ ਨੋਟਸ ਬਣਾਏ ਹੋਏ ਨੇ ਤਾਂ ਚੰਗੀ ਗੱਲ ਹੈ, ਨਹੀਂ ਤੁਸੀਂ ਨਾਲ ਬਣਾਉਂਦੇ ਜਾਓ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀ ਪੂਰਵ ਤੇ ਪ੍ਰੀਖਿਆ ਗਿਆਨ ਦੀ। ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਦੇਖਣਾ ਸੀ ਪੂਰਵ ਗਿਆਨ। ਠੀਕ ਹੈ, ਕੋਈ ਵੀ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਤਾਂ ਆਪਾਂ ਨੇ ਇਹ ਦੇਖਣਾ ਹੁੰਦਾ ਕਿ ਬੱਚਿਆਂ ਦਾ ਜੋ ਪੂਰਵ ਗਿਆਨ ਹੈ ਉਹ ਕਿੰਨਾ ਹੈ। ਠੀਕ ਹੈ, ਮਤਲਬ ਪ੍ਰੀਵੀਅਸ ਨੌਲੇਜ ਆਪਾਂ ਕਹਿ ਸਕਦੇ ਹਾਂ ਕਿ ਸ਼ੁਰੂ ਦੇ ਵਿੱਚ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ। ਠੀਕ ਹੈ, ਉਹ ਮਤਲਬ ਫੋਰ ਐਗਜ਼ਾਮਪਲ ਤੁਸੀਂ ਕਿਸੇ ਇੱਕ ਮੇਨ ਟੌਪਿਕ ਦੇ ਉੱਪਰ ਨਿਬੰਧ ਬੱਚੇ ਨੂੰ ਪੜ੍ਹਾ ਰਹੇ ਹੋ, ਤਾਂ ਪੜ੍ਹਾਉਣ ਤੋਂ ਪਹਿਲਾਂ ਦੇਖੋ ਉਸੇ ਟੌਪਿਕ ਨਾਲ ਰਿਲੇਟਡ ਕਿ ਬੱਚਿਆਂ ਨੇ ਗੱਲਬਾਤ ਕਰਕੇ ਕਿ ਉਹਨਾਂ ਦੀ ਨੌਲੇਜ ਉਸ ਟੌਪਿਕ ਨਾਲ ਰਿਲੇਟਡ ਕਿੰਨੀ ਹੈ।
ठीक है। उस तो बाद जान पहचान करवाना, उस टॉपिक नाल रिलेटेड जान पहचान करवाना, जिवें कि राइटर बारे दसना, थोड़ा बहुता टॉपिक बारे दसना, ठीक है, वो सारा कुछ। तो जान पहचान करवाना, ठीक है, ये अपना होएगा सैकेंड टॉपिक, सैकेंड पॉइंट। फिर उस तो बाद आ जाता उद्देश कथन। उद्देश कथन का मतलब की सी आपां पढ़िया सी प्रीवियस वीडियो दे विच। उद्देश कथन का मतलब हो गया कि बच्चे नू एक्सप्लेन करना कि जो अज आप टॉपिक करने हैं उसका उद्देश्य की है, ठीक है। फॉर एग्जाम्पल प्रदूषण कोई भी लै लो, कोई भी होर टॉपिक लै सकते हो, तो उसका उद्देश्य की है, इस तो अपन की सीखने को मिलेगा। अगर आप गल करिए उद्देश्य तो बाद अपने फोर्थ जिसका पेशकारी, ठीक है जी। तो पेशकारी या फिर आप कह सकते हैं प्रस्तावना। तो पेशकारी दे विच आपां की देखिया सी, पेशकारी दे विच आपां की पढ़िया सी, फोर्थ स्टैप जो अपना गद सिक्ख्या दा रहन वाला सी कि जो अपना पूरा टॉपिक है उसनों अपन छोटे छोटे पार्ट्स के डिवाइड करके फिर उसनों एक्सप्लेन करना चाहिए। छोटे छोटे पार्ट्स के डिवाइड करना मतलब कि उसनों अलग अलग पार्ट्स के डिवाइड कर लो, कल्ले कल्ले पार्ट में डीपली एक्सप्लेन करो, फिर एंड के सारा का सारा दसो कि हाँ जी ओवरऑल इस की गल की गई है, ठीक है। तो पार्ट्स के डिवाइड करना। नैक्सट अगर गल करिए आदर्श वाचन, बिल्कुल जो कि आप कल ही करके हटे हैं, फिफ्थ पॉइंट जो सी अपना। तो आदर्श वाचन दे विच आपां देखिया कि सही तरीके नाल पढ़ना, सही तरीके नाल पढ़ना मतलब एक लय के अनुसार, एक तरीके के अनुसार भावां नूं एक्सप्रैस करते हुए अपने फेस के जां अंगां दा संचालन करते हुए पढ़ना, ठीक है। तो उस तो बाद अगर गल करिए उस बारे कुछ गल्लां जब अज भी आपां पढ़ियां, ठीक है। तो उस तो बाद वाला जो पॉइंट सी उस दे विच आपां देखिया सी अनुकरण वाचन। आदर्श तो बाद बच्चों का अनुकरण वाचन होना चाहिए। अनुकरण मतलब खुद बच्चे थोड़ा जा करन, ठीक है जी। उस तो बाद आपने पढ़िया सी अनुकरण वाचन तो बाद कि 1 मिनट वाचन तो बाद आप देखिया सी व्याख्या ਜਾਂ आत्मीकरण, ठीक है, प्रॉपरली एक्सप्लेन करना कल्ले कल्ले स्टैप ਦੇ ਵਿੱਚ ਪਹਿਲਾਂ ਸ਼ਬਦਾਂ ਨੂੰ एक्सप्लेन करना, ਵਾਕਾਂ ਨੂੰ एक्सप्लेन करना, ਵਾਕੰਸ਼ ਨੂੰ एक्सप्लेन करना, ठीक है जी। उस तो बाद आप देखिया सी ਮੌਨ ਪਾਠ, ठीक है। तो ਮੌਨ ਪਾਠ ਤੁਸੀਂ ਇੱਥੇ देख सकते हो। ਮੌਨ ਪਾਠ ਦੇ ਵਿੱਚ ਆਪਾਂ ਦੇਖਿਆ ਸੀ ਕਿ ਬੱਚੇ ਖੁਦ ਥੋੜਾ ਜਿਹਾ ਸੋਚਦੇ ਨੇ, ਸਮਝਦੇ ਨੇ, ਆਪਣੇ ਮਨ ਦੇ ਵਿੱਚ ਉਸਨੂੰ ਪੜ੍ਹਦੇ ਨੇ, ਸਮਝਣ ਦੀ ਚਿੰਤਨ ਕਰਦੇ ਨੇ, ਉਸਦੇ ਉੱਪਰ ਸੋਚਣਾ ਸ਼ੁਰੂ ਕਰਦੇ ਨੇ, ਠੀਕ ਹੈ ਜੀ। ਔਰ ਉਸ ਤੋਂ ਬਾਅਦ ਅਗਲਾ ਜੋ ਸਟੈਪ ਹੋਏਗਾ ਉਹ ਹੋਏਗਾ ਬੋਧ ਪ੍ਰਸ਼ਨ। ਬੋਧ ਪ੍ਰਸ਼ਨ ਦੇ ਵਿੱਚ ਮਤਲਬ ਆਪਾਂ ਨੂੰ ਜਦੋਂ ਕਲੀਅਰ ਹੋ ਗਿਆ ਕਿ ਹਾਂਜੀ ਬੱਚਿਆਂ ਨੂੰ ਟੌਪਿਕ ਕਲੀਅਰ ਹੋ ਚੁੱਕਿਆ ਚੰਗੀ ਤਰੀਕੇ ਨਾਲ, ਆਪਾਂ ਉਹਨਾਂ ਨੂੰ ਕੁਐਸਚਨ ਆਨਸਰ ਕਰਕੇ ਥੋੜਾ ਦੇਖਦੇ ਕਿ ਬੱਚੇ ਸਮਝ ਵੀ ਪਾਏ ਨੇ ਉਸਦੇ ਅੰਦਰ ਜੋ ਕਹਿਣਾ ਚਾਹੁੰਦੇ ਨੇ ਰਾਈਟਰ, ਜਾਂ ਫਿਰ ਜੋ ਵਿਚਾਰ ਨੇ ਉਹ ਸਮਝ ਵੀ ਪਾਏ ਨੇ ਜਾਂ ਨਹੀਂ, ਠੀਕ ਹੈ ਜੀ। ਉਸ ਤੋਂ ਜੋ ਅਗਲਾ ਸਟੈਪ ਹੋਏਗਾ ਉਹ ਕੌਣ ਸਾ ਹੋਏਗਾ, ਉਹ ਹੋਏਗਾ ਨਿਰੀਖਣ ਕਾਰਜ। ਨਿਰੀਖਣ ਕਾਰਜ ਦੇ ਵਿੱਚ ਆਪਾਂ ਨੇ ਪੜ੍ਹਿਆ ਸੀ, ਅੱਜ ਹੀ ਕੀਤਾ ਸੀ। ਨਿਰੀਖਣ ਕਾਰਜ ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਕਿ ਬੱਚੇ ਨੂੰ ਖੁਦ ਕਹਿਣਾ ਕਿ ਉਹ ਆਪਣਾ ਜੋ ਵੀ ਸਾਰੰਸ਼ ਹੈ, ਜੋ ਕਵਿਤਾ ਦਾ ਕੇਂਦਰੀ ਭਾਵ ਹੈ, ਠੀਕ ਹੈ ਜੀ, ਉਹ ਖੁਦ ਲਿਖਣ ਤਾਂ ਕਿ ਆਪਣੇ ਜੋ ਵਿਚਾਰ ਨੇ ਉਹ ਸਭ ਜੋ ਸਮਝ ਪਾਏ ਨੇ ਉਸਨੂੰ ਇੱਕ ਸਹੀ ਤਰੀਕੇ ਨਾਲ ਉਸਨੂੰ ਰਿਪਰੈਜ਼ੈਂਟ ਕਰ ਸਕਣ, ਠੀਕ ਹੈ। ਤਾਂ ਖੁਦ ਬਲੈਕ ਬੋਰਡ 'ਤੇ ਜਾਂ ਨੋਟਬੁੱਕ 'ਤੇ ਲਿਖਣ। ਉਸ ਤੋਂ ਬਾਅਦ ਗੱਲ ਕਰੀਏ ਲਾਸਟ ਜੋ ਸਟੈਪ ਸੀ ਉਹ ਕੌਣ ਸਾ ਸੀ, ਉਹ ਸੀ ਦੁਹਰਾਈ। ਦੁਹਰਾਈ ਮਤਲਬ ਉਹਨਾਂ ਤੋਂ ਥੋੜ੍ਹੇ ਜਿਹੇ ਹੋਰ ਕੁਐਸਚਨ ਆਨਸਰ ਪੁੱਛ ਕੇ ਜਾਂ ਫਿਰ ਉਹਨਾਂ ਨੂੰ ਥੋੜ੍ਹਾ ਜਿਹਾ ਕਹਿ ਕੇ ਕਿ ਤੁਸੀਂ ਘਰ ਇਸ ਦੇ ਆਹ ਕੁਐਸਚਨਸ ਕਰਨੇ ਨੇ ਜਾਂ ਇਹ ਲਿਖ ਕੇ ਲੈ ਕੇ ਆਉਣਾ ਹੈ ਜਾਂ ਇਸ ਤਰੀਕੇ ਨਾਲ ਤੁਸੀਂ ਇਸਦੀ ਰਿਵੀਜ਼ਨ ਕਰਨੀ ਹੈ, ਤਾਂ ਕਿਸੇ ਵੀ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ। ਮਤਲਬ ਘਰ ਦੇ ਕੰਮ ਪੱਖੋਂ ਉਹਨਾਂ ਨੂੰ ਇੱਕ ਤਰੀਕੇ ਨਾਲ ਰਿਵਾਈਜ਼ ਕਰਵਾਉਣਾ, ठीक है। तो ये सारे कि स्टैप होने, ये सारे ने स्टैप गद दे मतलब वार्तक दे। तो इत्थे जो अज का टॉपिक है वो कंप्लीट हो जाता है क्योंकि गद जो है वो चल रहा से अपना पद मतलब आप कविता पूरी पढ़ चुके सी, ठीक है। तो बिल्कुल गद ते आप कविता दोनों चीज़ें पढ़ चुके हैं, कंप्लीट अपना जो टॉपिक है साहित्य वो हो चुके हैं। इस तो बाद जो नैक्सट टॉपिक है आप स्टार्ट करांगे। नैक्सट टॉपिक के आप पढ़ांगे रचना सिक्ख्या या फिर देखा जो भी टॉपिक रहेगा उसनों स्टार्ट करांगे, ठीक है। तो जेकर पसंद आया वीडियो, साहित्य टॉपिक क्लीयर होया, PSET लिए थोड़ा लग रहा है कि हाँ जी वो यूजफुल है वीडियो, तो शेयर करो इसनों। सिलेबस की होएगा सारा कुछ आप डिटेल आप डिस्कस किया होया, प्लेलिस्ट चेक कर लो, थोड़ा सारा कुछ मिल जाएगा। कोई भी डाउट है कुछ भी है तो ग्रुप के मैसेज कर सकते हो, कमेंट कर सकते हो, ठीक है। उस तो इलावा अगर गल करिए तो जो नोट्स ने जिवें मैं तुहानूं दस्सिया एक लिमिट समय के लिए ने, तो बिल्कुल वो तुहानूं टैलीग्राम चैनल जो है मिल जाएगा, उत्थे जाके तुसीं अपने नोट्स ने वो लै सकते हो। तो चलो फिर करते नैक्सट वीडियो के कंटिन्यू। तो अज लिए चलो टॉपिक कंप्लीट होया अपना, नैक्सट वीडियो के नैक्सट टॉपिक नूं स्टार्ट करांगे। थैंक यू।